हेलो गाइस, वेलकम टू करियर एज। राजे करियर एज थोड़े लिए लेके आया मैराथन सीरीज़। एक मैराथन सीरीज़ लेके आया राजे। 10 डेज़ ਦੀ मैराथन सीरीज़ ਹੋਏਗੀ ਜਿਸ ਦੇ ਵਿੱਚ ਕਿ ਡਿਫਰੈਂਟ ਸਬਜੈਕਟਸ ਤੇ ਮੇਰੇ ਨਾਲ ਤੁਸੀਂ ਪੜੋਗੇ ਜਨਰਲ ਅਵੇਅਰਨੈਸ ਜਾਂ ਜੀਕੇ, ਜਿਸ ਦੇ ਵਿੱਚ ਕਿ ਸਾਰੇ ਸਬਜੈਕਟਸ ਆਲਮੋਸਟ ਜਿਵੇਂ ਹਿਸਟਰੀ, ਪੋਲਿਟੀ, ਇਕੋਨਮੀ, ਜੀਓਗ੍ਰਾਫੀ, ਇਹ ਸਾਰੇ ਸਬਜੈਕਟਸ ਆ ਜਾਣਗੇ। ਤੇ ਡੇਲੀ ਰਾਜੇ ਡੇਲੀ 10 ਦਿਨ ਅਸੀਂ ਇਹ ਮੈਰਾਥਨ ਕਰਾਂਗੇ, ਜਿਹਦੇ ਵਿੱਚ ਕਿ ਅਸੀਂ MCQ ਸੋਲਵ ਕਰਾਂਗੇ। ਠੀਕ ਹੈ, ਕੁਐਸਚਨ ਸੋਲਵ ਕਰਾਂਗੇ ਡਿਫਰੈਂਟ ਸਬਜੈਕਟਸ ਤੇ, ਕਦੇ ਹਿਸਟਰੀ ਦੇ, ਕਦੇ ਪੋਲਿਟੀ ਦੇ। ਠੀਕ ਹੈ, ਇਸ ਤਰ੍ਹਾਂ ਡਿਫਰੈਂਟ ਸਬਜੈਕਟਸ ਤੇ ਆਪਾਂ ਕੀ ਹੈ MCQ ਸੋਲਵ ਕਰਾਂਗੇ। ਠੀਕ ਹੈ, ਸਾਰੇ ਐਗਜ਼ਾਮਸ ਵਾਸਤੇ ਇੰਪੋਰਟੈਂਟ ਰਾਜੇ ਜਿਹੜੇ ਕਮਿੰਗ ਐਗਜ਼ਾਮਸ ਨੇ। ਪਟਵਾਰੀ ਐਗਜ਼ਾਮ ਦੀ ਡੇਟ ਆ ਗਈ ਤੇ ਹੋਰ ਵੀ ਐਗਜ਼ਾਮਸ ਜਿਹੜੇ ਬੈਕ ਟੂ ਬੈਕ ਹੋਣੇ ਨੇ। ਅਗਸਤ ਤੋਂ ਬਾਅਦ ਬੈਕ ਟੂ ਬੈਕ ਐਗਜ਼ਾਮ ਦੀ ਡੇਟਸ ਆਉਣਗੀਆਂ ਰਾਜੇ, ਔਰ ਬੈਕ ਟੂ ਬੈਕ ਪੇਪਰ ਹੋਣਗੇ। ਠੀਕ ਹੈ, ਤੇ ਤਿਆਰੀ ਨੂੰ ਤੁਸੀਂ 4 ਚੰਦ ਲਗਾਓ ਆਪਣੇ। ਠੀਕ ਹੈ, ਅਗਰ ਤੁਸੀਂ ਪ੍ਰੈਪਰੇਸ਼ਨ ਕੀਤੀ ਹੋਈ ਹੈ ਤਾਂ ਵੀ ਇੰਪੋਰਟੈਂਟ ਨੇ ਤੁਹਾਡੇ ਵਾਸਤੇ ਇਹ MCQ। ਅਗਰ ਨਹੀਂ ਕੀਤੀ ਹੋਈ, ਤੁਸੀਂ ਸਟਾਰਟ ਕਰਨੀ ਹੈ, ਨਵੀਂ ਸਟਾਰਟ ਕਰਨੀ ਹੈ ਜਾਂ ਥੋੜ੍ਹੀ ਬਹੁਤ ਕੀਤੀ ਹੋਈ ਹੈ, ਫਿਰ ਵੀ ਇੰਪੋਰਟੈਂਟ ਨੇ। ਠੀਕ ਹੈ, ਤਾਂ ਰਾਜੇ ਜ਼ਿਆਦਾ ਇਨਫੋਰਮੇਸ਼ਨ ਲਈ ਤੁਸੀਂ ਹੋਰ ਅਗਰ ਬੈਚਿਸ ਵਗੈਰਾ ਕੋਈ ਇਨਫੋਰਮੇਸ਼ਨ ਲੈਣੀ ਹੈ, ਕੋਚਿੰਗ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ, ਜਾਂ ਕਿਸੇ ਵੀ ਨੋਟੀਫਿਕੇਸ਼ਨ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ, ਤੁਸੀਂ ਕਰੀਅਰ ਐਜ ਨੂੰ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਕੰਟੈਕਟ ਨੰਬਰ ਮਿਲ ਜਾਏਗਾ। ਠੀਕ ਹੈ, ਹੋਰ ਵੀ ਸਲਾਈਡਸ ਦੇ ਵਿੱਚ ਵੀ ਤੁਹਾਨੂੰ ਸਾਰਾ ਇਹ ਕੰਟੈਕਟ ਨੰਬਰ ਮਿਲ ਜਾਏਗਾ। ਇਹ ਜਿਹੜੀ ਸਲਾਈਡ ਹੈ ਜੀ ਵੀਡੀਓ ਹੈ, ਕਲਾਸ ਫਸਟ ਹੋਏਗੀ ਇਹ। ਠੀਕ ਹੈ, ਇਹ ਆਲਮੋਸਟ ਸਾਰੇ ਐਗਜ਼ਾਮਸ ਵਾਸਤੇ ਰੈਲੀਵੈਂਟ ਹੈ ਜੋ ਪੰਜਾਬ ਦੇ ਕਮਿੰਗ ਐਗਜ਼ਾਮਸ ਨੇ। ਠੀਕ ਹੈ ਜੀ, ਚਲੋ ਫਿਰ ਸਟਾਰਟ ਕਰਦੇ ਹਾਂ। ਕੁਝ MCQ ਸੋਲਵ ਕਰਾਂਗੇ ਆਪਾਂ। ਪੋਸੀਬਲੀ ਅੱਜ ਆਪਾਂ ਕਰਾਂਗੇ ਪੋਲਿਟੀ ਦੇ MCQs। ਅੱਜ ਆਪਾਂ ਪੋਲਿਟੀ ਦੇ MCQs ਪੜਾਂਗੇ। ਠੀਕ ਹੈ, ਚਲੋ ਜੀ ਸਟਾਰਟ ਕਰਦੇ ਹਾਂ। ਫਸਟ ਕੁਐਸਚਨ, which one of these is not a federal feature of constitution of India? not ਪੁੱਛ ਰਿਹਾ ਰਾਜੇ। ਇਸ ਤੋਂ ਪਹਿਲਾਂ ਤੁਹਾਨੂੰ ਫੈਡਰਲ ਫੀਚਰ ਦਾ ਪਤਾ ਹੋਣਾ ਚਾਹੀਦਾ ਕਿ ਫੈਡਰਲ ਦਾ ਮਤਲਬ ਕੀ ਹੈ ਰਾਜੇ। ਦੇਖੋ, ਫੈਡਰਲ ਦਾ ਮਤਲਬ ਸਿੰਪਲ ਜੀ ਗੱਲ ਹੈਗੀ ਕਿ ਜਦੋਂ ਇੱਕ ਹਰਾਰਕੀ ਹੋਵੇ ਸਰਕਾਰ ਦੀ। ਮੰਨ ਲਓ ਹੁਣ ਜਿਵੇਂ ਕੇਂਦਰ ਸਰਕਾਰ ਹੈਗੀ ਹੈ, ਉਹਦੇ ਨੀਚੇ ਇੱਕ ਸਟੇਟ ਸਰਕਾਰ ਹੈਗੀ ਹੈ, ਉਹਦੇ ਨੀਚੇ ਫਿਰ ਪੰਚਾਇਤਾਂ ਨੇ ਆਪਣੀਆਂ। ਠੀਕ ਹੈ, ਤਾਂ ਇੱਕ ਇਹ ਹਰਾਰਕੀ ਹੈ, ਅਪ ਡਾਊਨ ਹਰਾਰਕੀ ਹੈਗੀ ਹੈ। ਠੀਕ ਹੈ, ਇਸੇ ਚੀਜ਼ ਨੂੰ ਅਸੀਂ ਫੈਡਰਲ ਕਹਿ ਦਿੰਦੇ ਹਾਂ। ਜੇ ਆਪਾਂ ਗੱਲ ਕਰੀਏ ਕਿ ਸਿਰਫ ਔਰ ਸਿਰਫ ਸੈਂਟਰ ਹੀ ਹੈਗਾ, ਠੀਕ ਹੈ, ਸੈਂਟਰ ਹੀ ਸਾਰੀ ਚੀਜ਼ ਕਰ ਰਿਹਾ, ਸਾਰਾ ਕੁਛ ਹੀ ਮੋਦੀ ਸਾਹਿਬ ਚਲਾ ਰਹੇ ਨੇ, ਫਿਰ ਉਹ ਹੋਊਗਾ ਇੱਕ ਯੂਨਿਟਰੀ ਸਿਸਟਮ। ਠੀਕ ਹੈ, ਹੁਣ ਕਿਉਂਕਿ ਮੋਦੀ ਵੀ ਹੈਗੇ ਨੇ, ਕੈਪਟਨ ਵੀ ਹੈਗੇ ਨੇ, ਤਾਂ ਆਪਾਂ ਕਹਾਂਗੇ ਸਾਡਾ ਇੱਕ ਫੈਡਰਲ ਫੀਚਰ ਹੈਗਾ। ਠੀਕ ਹੈ, ਫੈਡਰਲ ਸਿਸਟਮ ਹੈਗਾ। ਅਤੇ ਇਹਨਾਂ ਦੇ ਵਿੱਚ ਹੁਣ ਪੁੱਛ ਰਿਹਾ ਵੀ ਇਹ 4 ਆਪਸ਼ਨ ਦੇ ਵਿੱਚੋਂ ਫੈਡਰਲ ਫੀਚਰ ਕਿਹੜਾ ਨਹੀਂ ਹੈਗਾ ਰਾਜੇ। ਠੀਕ ਹੈ, ਰਿਟਨ ਐਂਡ ਰਿਜਿਡ ਕੌਨਸਟੀਟਿਊਸ਼ਨ, ਸੰਵਿਧਾਨ ਦਾ ਲਿਖਿਆ ਹੋਣਾ। ਠੀਕ ਹੈ, ਬਿਕਾਜ਼ ਸਾਡਾ ਸੰਵਿਧਾਨ ਲਿਖਿਆ ਹੋਇਆ ਬਿਲਕੁਲ ਪਤਾ ਹੈ। ਰਿਜਿਡ, ਅਤੇ ਇਹਨੂੰ ਅਮੈਂਡਮੈਂਟ ਕਰਨਾ ਥੋੜ੍ਹੀ ਜਿਹੀ ਮੁਸ਼ਕਿਲ ਹੈਗੀ ਹੈ। ਠੀਕ ਹੈ, ਤਾਂ ਇਹ ਡੈਫੀਨੇਟਲੀ ਇੱਕ ਫੈਡਰਲ ਫੀਚਰ ਹੈ ਰਾਜੇ। ਆਪਾਂ ਨੂੰ ਕੀ ਪੁੱਛਿਆ? ਨੋਟ ਅ ਫੈਡਰਲ ਫੀਚਰ। ਫੈਡਰਲ ਫੀਚਰ ਕਿਹੜਾ ਨਹੀਂ ਹੈਗਾ? ਇੰਡੀਪੈਂਡੈਂਟ ਜੁਡੀਸ਼ਰੀ, ਇਹ ਵੀ ਇੱਕ ਫੈਡਰਲ ਫੀਚਰ ਹੈਗਾ। ਠੀਕ ਹੈ, ਵੈਸਟਿੰਗ ਆਫ ਰੈਜ਼ੀਡਰੀ ਪਾਵਰ ਵਿਦ ਸੈਂਟਰ, ਰਾਜੇ ਇਹ ਆਨਸਰ ਆਏਗਾ ਆਪਣਾ, ਸੀ ਆਨਸਰ ਆਏਗਾ। ਇਹਦਾ ਮਤਲਬ ਕੀ ਹੈ ਰਾਜੇ ਰੈਜ਼ੀਡਰੀ ਪਾਵਰਸ ਦਾ? ਦੇਖੋ 7th ਸ਼ਡਿਊਲ ਪੜ੍ਹਦੇ ਆਪਾਂ ਸੰਵਿਧਾਨ ਦੇ ਵਿੱਚ, ਪੋਲਿਟੀ ਦੇ ਵਿੱਚ 7th ਸ਼ਡਿਊਲ ਪੜ੍ਹਦੇ ਹਾਂ। ਉਹਦੇ ਵਿੱਚ 3 ਲਿਸਟ ਬਾਰੇ ਗੱਲ ਕੀਤੀ ਗਈ ਹੈ, ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕੌਨਕਰੈਂਟ ਲਿਸਟ। ਠੀਕ ਹੈ, ਮਤਲਬ ਇਹਦੇ ਵਿੱਚ ਕੀ ਹੈ ਕਿ ਜਿਹੜੇ ਸੈਂਟਰ ਦੇ ਸਬਜੈਕਟਸ ਨੇਗੇ, ਇਹਦੇ ਵਿੱਚ ਸਟੇਟ ਦੇ ਸਬਜੈਕਟਸ ਨੇਗੇ। ਠੀਕ ਹੈ ਜੀ, ਸੈਂਟਰ ਦੇ ਸਬਜੈਕਟਸ ਹੋ ਗਏ ਇਹ ਲਿਸਟ ਦੇ ਵਿੱਚ, ਇਹਦੇ ਵਿੱਚ ਸਟੇਟ ਦੇ ਸਬਜੈਕਟ ਹੋ ਗਏ, ਇਹਦੇ ਵਿੱਚ ਕੌਨਕਰੈਂਟ, ਯਾਨੀ ਕਿ ਜਿਸ ਦੇ ਉੱਪਰ ਕਿ ਸਟੇਟ ਅਤੇ ਸੈਂਟਰ ਦੋਨੋਂ ਲਾਜ਼ ਬਣਾ ਸਕਦੇ ਨੇ। ਠੀਕ ਹੈ, ਹੁਣ ਰਾਜੇ ਇਸ ਤੋਂ ਇਲਾਵਾ ਵੀ ਕੁਝ ਸਬਜੈਕਟਸ ਜਿਹੜੇ ਲਿਖੇ ਨਹੀਂ ਹੋਏ ਕਿਤੇ ਵੀ। ਠੀਕ ਹੈ, ਉਹਨੂੰ ਅਸੀਂ ਰੈਜ਼ੀਡਰੀ ਗਿਣ ਲੈਂਦੇ ਹਾਂ। ਦੇਖੋ ਰੈਜ਼ੀਡਰੀ ਦਾ ਮਤਲਬ ਕੀ ਬਣਦਾ? ਇੰਗਲਿਸ਼ ਇੱਕ ਹਿੰਦੀ ਮੀਨਿੰਗ ਕੀ ਬਣਦਾ, ਜਾਂ ਮਤਲਬ ਪੰਜਾਬੀ ਮੀਨਿੰਗ ਕੀ ਬਣਦਾ ਹੈਗਾ? ਜਿਹੜੀ ਉਸ ਤੋਂ ਇਲਾਵਾ ਰੈਜ਼ੀਡਰੀ, ਹੋਰ ਜਿਹੜੇ ਰਹਿ ਗਏ। ਠੀਕ ਹੈ, ਹੋਰ ਜਿਹੜੇ ਸਬਜੈਕਟ ਰਹਿ ਗਏ ਉਹਨੂੰ ਆਪਾਂ ਰੈਜ਼ੀਡਰੀ ਲਿਖ ਦਿੰਦੇ ਹਾਂ। ਠੀਕ ਹੈ, ਅਤੇ ਸਾਡੇ ਸੰਵਿਧਾਨ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਰੈਜ਼ੀਡਰੀ ਪਾਵਰਸ ਨੇ ਉਹ ਸੈਂਟਰ ਕੋਲ ਨੇਗੇ। ਠੀਕ ਹੈ, ਇੱਥੇ ਤਾਂ ਆਪਾਂ ਨੇ ਡਿਫਾਈਨ ਕਰਤਾ ਸੀ ਵੀ ਕਿਹੜੇ ਸਬਜੈਕਟ ਕਿਹੜੇ ਸਰਕਾਰ ਕੋਲ ਨੇ। ਕੇਂਦਰ ਸਰਕਾਰ ਕਿਹੜੀ ਸਬਜੈਕਟ ਦੇ ਉੱਪਰ ਕਾਨੂੰਨ ਬਣਾ ਸਕਦੀ ਹੈ, ਸਟੇਟ ਕਿਹਦੇ ਉੱਪਰ ਬਣਾ ਸਕਦੀ ਹੈ, ਅਤੇ ਜਿਹੜੇ ਸਬਜੈਕਟ ਕਿਤੇ ਨਹੀਂ ਲਿਖੇ ਹੋਏ ਉਹਦੇ ਉੱਪਰ ਵੀ ਸੈਂਟਰ ਹੀ ਬਣਾ ਸਕਦੀ ਹੈ। ਠੀਕ ਹੈ, ਇਹ ਚੀਜ਼ ਸਾਨੂੰ ਸਾਡੇ ਸੰਵਿਧਾਨ ਨੇ ਦੱਸੀ ਹੋਈ ਹੈ। ਬਟ ਰਾਜੇ ਇਹ ਵਾਲਾ ਫੀਚਰ ਫੈਡਰਲ ਫੀਚਰ ਨਹੀਂ ਹੈਗਾ। ਠੀਕ ਹੈ, ਕਿਉਂਕਿ ਆਪਾਂ ਕਹਿ ਰਹੇ ਵੀ ਜਦੋਂ ਸੈਂਟਰ ਇਕੱਲਾ ਹੀ ਸਾਰਾ ਕੁਝ ਕਰਦਾ ਹੁੰਦਾ ਉਹਨੂੰ ਅਸੀਂ ਯੂਨਿਟਰੀ ਚੀਜ਼ ਕਹਿੰਦੇ ਹਾਂ। ਹੁਣ ਇੱਥੇ ਸੈਂਟਰ ਇਕੱਲਾ ਹੀ ਕਰ ਰਿਹਾ, ਜਿਹੜੀ ਰੈਜ਼ੀਡਰੀ ਸਬਜੈਕਟਸ ਨੇ ਉਹ ਸੈਂਟਰ ਇਕੱਲੇ ਕੋਲੇ ਪਾਵਰਸ ਨੇਗੀਆਂ, ਤਾਂ ਕਿਤੇ ਨਾ ਕਿਤੇ ਇੱਕ ਯੂਨਿਟਰੀ ਦਾ ਫੀਚਰ ਹੈ, ਫੈਡਰਲ ਦਾ ਫੀਚਰ ਨਹੀਂ ਹੈਗਾ। ਠੀਕ ਹੈ, ਤਾਂ ਆਪਣਾ ਆਨਸਰ ਰਾਜੇ ਬਿਲਕੁਲ ਸੀ ਆਏਗਾ। ਡੀ ਆਪਾਂ ਡਿਸਕਸ ਕਰ ਲੈਂਦੇ ਹਾਂ। ਡਿਸਟਰੀਬਿਊਸ਼ਨ ਆਫ ਪਾਵਰਸ, ਅਗੇਨ ਇਹ ਤਾਂ ਰਾਜੇ ਫੈਡਰਲ ਫੀਚਰ ਬਿਲਕੁਲ ਹੀ ਹੈਗਾ। ਠੀਕ ਹੈ, 7th ਸ਼ਡਿਊਲ ਦੇ ਵਿੱਚ ਹੀ ਆ ਜਾਂਦਾ ਇਹ ਕਿ ਡਿਸਟਰੀਬਿਊਸ਼ਨ ਆਫ ਪਾਵਰ, ਕਿ ਕੁਛ ਪਾਵਰ ਇਹਦੇ ਕੋਲ ਨੇ, ਕੁਛ ਪਾਵਰ ਇਹਦੇ ਕੋਲ ਨੇ, ਕੁਛ ਇਹਦੇ ਕੋਲ ਨੇ। ਠੀਕ ਹੈ, ਤਾਂ ਡਿਸਟਰੀਬਿਊਟ ਹੋ ਕੇ ਹੋਈਆਂ ਨੇ। ਇਹ ਡੈਫੀਨੇਟਲੀ ਇੱਕ ਫੈਡਰਲ ਫੀਚਰ ਹੈਗਾ ਜਿਹੜਾ ਕਿ ਡਿਫਰੈਂਟ ਸਰਕਾਰਾਂ ਨੂੰ ਆਪਣੇ ਪਾਵਰਸ ਦੱਸ ਰਿਹਾ ਹੈਗਾ। ਜੇ ਸਾਰੀਆਂ ਪਾਵਰਸ ਇੱਕ ਹੀ ਸਰਕਾਰ ਕੋਲ ਹੋਣ, ਕੇਂਦਰ ਕੋਲ ਹੋਣ, ਤਾਂ ਆਪਾਂ ਕਹਾਂਗੇ ਉਹ ਫੈਡਰਲ ਨਹੀਂ ਹੈਗਾ, ਉਹ ਯੂਨਿਟਰੀ ਹੈਗਾ। ਠੀਕ ਹੈ, ਤਾਂ ਜਿਹੜਾ ਸੀ ਆਪਸ਼ਨ ਹੈ ਰਾਜੇ, ਦਿਸ ਇਜ਼ ਅ ਫੀਚਰ ਆਫ ਯੂਨਿਟਰੀ ਗਵਰਨਮੈਂਟ। ਠੀਕ ਹੈ, ਫੈਡਰਲ ਫੀਚਰ ਨਹੀਂ ਹੈਗਾ। ਹਾਂ, ਇੰਡੀਆ ਦੇ ਵਿੱਚ ਵੀ ਇਹ ਚੀਜ਼ ਹੈਗੀ ਹੈ, ਤਾਂ ਆਪਣਾ ਆਨਸਰ ਸੀ ਆਏਗਾ ਬਿਲਕੁਲ। ਠੀਕ ਹੈ ਜੀ, ਫੈਡਰਲ ਦਾ ਮਤਲਬ ਪਤਾ ਹੋਣਾ ਜ਼ਰੂਰੀ ਸੀ ਇਹਦੇ ਵਿੱਚ। ਸੌਰੀ, ਇੰਗਲਿਸ਼ ਇਜ਼ ਦ ਓਫੀਸ਼ੀਅਲ ਲੈਂਗੁਏਜ ਆਫ ਵਿਚ ਆਫ ਦ ਫੋਲੋਇੰਗ ਸਟੇਟਸ। ਇੰਗਲਿਸ਼ ਦੀ ਗੱਲ ਹੋ ਰਹੀ ਹੈ ਵੀ ਆਪਣੇ ਦੇਸ਼ ਦੇ ਵਿੱਚ ਇੱਕ ਸਟੇਟ ਦੀ ਓਫੀਸ਼ੀਅਲ ਲੈਂਗੁਏਜ ਹੀ ਇੰਗਲਿਸ਼ ਹੈਗੀ। ਜਿਵੇਂ ਸਾਡੇ ਪੰਜਾਬ ਦੀ ਪੰਜਾਬੀ ਓਫੀਸ਼ੀਅਲ ਲੈਂਗੁਏਜ ਹੈਗੀ ਹੈ। ਠੀਕ ਹੈ,
ਪੰਜਾਬ ਦੀ ਪੰਜਾਬੀ ਆਫੀਸ਼ੀਅਲ ਲੈਂਗੁਏਜ ਹੈ, ਉਸ ਤਰ੍ਹਾਂ ਇੱਕ ਸਟੇਟ ਦੀ ਇੰਗਲਿਸ਼ ਲੈਂਗੁਏਜ ਵੀ ਹੈਗੀ ਹੈ ਰਾਜੇ, ਠੀਕ ਹੈ। ਉਹਦਾ ਆਨਸਰ ਆਏਗਾ ਰਾਜੇ ਨਾਗਾਲੈਂਡ। ਨਾਗਾਲੈਂਡ ਸਟੇਟ ਦੀ ਜਿਹੜੀ ਲੈਂਗੁਏਜ ਹੈਗੀ ਹੈ ਆਫੀਸ਼ੀਅਲ ਲੈਂਗੁਏਜ, ਉਹ ਇੰਗਲਿਸ਼ ਹੈ, ਠੀਕ ਹੈ। ਬਿਕਾਜ਼ ਜਿਹੜੇ ਨਾਗਾਲੈਂਡ ਦੇ ਲੋਕ ਨੇਗੇ ਜਾਂ ਨੌਰਥ ਈਸਟ ਦੇ ਕਈ ਸਟੇਟਸ ਦੇ ਲੋਕ ਨੇ, ਅਰੁਣਾਚਲ ਵੀ ਈਵਨ ਕਿ, ਤਾਂ ਉਹ ਮੋਸਟਲੀ ਇੰਗਲਿਸ਼ ਦੇ ਵਿੱਚ ਹੀ ਕਨਵਰਸੇਸ਼ਨ ਕਰਦੇ ਨੇ, ਆਪਣੀ ਡੇਲੀ ਲਾਈਫ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਹੀ ਕਨਵਰਸ ਕਰਦੇ ਨੇ, ਠੀਕ ਹੈ। ਇਸੇ ਕਰਕੇ ਇੰਗਲਿਸ਼ ਦੀ ਜ਼ਿਆਦਾ ਯੂਜ਼ੇਜ ਹੋਣ ਕਰਕੇ ਉਹਨਾਂ ਦੀ ਆਫੀਸ਼ੀਅਲ ਲੈਂਗੁਏਜ ਵੀ ਇੰਗਲਿਸ਼ ਹੀ ਹੈ, ਠੀਕ ਹੈ ਜੀ। ਆਪਣਾ ਆਨਸਰ ਆਏਗਾ ਨਾਗਾਲੈਂਡ। ਕਾਫੀ ਫੇਵਰੇਟ ਕੁਐਸਚਨ ਹੈ ਰਾਜੇ ਪੰਜਾਬ ਦੇ ਐਗਜ਼ਾਮਸ ਦਾ ਇਹ, ਠੀਕ ਹੈ। ਕਿਹੜੀ ਸਟੇਟ ਦੀ ਲੈਂਗੁਏਜ ਇਹ ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਹੈਗੀ ਹੈ। ਥਰਡ ਕੁਐਸਚਨ ਰਾਜੇ, ਟੂ ਹੂਮ ਡਜ਼ ਅ ਜੱਜ ਆਫ ਸੁਪਰੀਮ ਕੋਰਟ ਦੇ ਜੱਜ ਦੀ ਗੱਲ ਹੋ ਰਹੀ ਹੈ, ਐਡਰੈਸਿਸ ਹਿਜ਼ ਰੈਜ਼ਿਗਨੇਸ਼ਨ ਇਫ ਹੀ ਵਾਂਟਸ, ਠੀਕ ਹੈ ਜੀ। ਕੀ ਪੁੱਛ ਰਿਹਾ ਹੈ ਕਿ ਅਗਰ ਸੁਪਰੀਮ ਕੋਰਟ ਦੇ ਜੱਜ ਨੇ ਕਿਸੇ ਨੇ ਰਿਜ਼ਾਈਨ ਕਰਨਾ ਹੈ, ਤਿਆਗ ਪੱਤਰ ਦੇਣਾ ਹੈ, ਇਸਤੀਫਾ ਦੇਣਾ ਹੈ, ਤਾਂ ਆਪਣਾ ਤਿਆਗ ਪੱਤਰ ਕਿਹੜੇ ਆਫੀਸ਼ੀਅਲ ਨੂੰ ਦੇਗਾ, ਠੀਕ ਹੈ। ਸੁਪਰੀਮ ਕੋਰਟ ਦੇ ਜੱਜ ਨੇ ਰਿਜ਼ਾਈਨ ਕਰਨਾ ਹੈ ਤਾਂ ਆਪਣਾ ਤਿਆਗ ਪੱਤਰ ਕਿਹਨੂੰ ਦੇਗਾ ਰਾਜੇ? ਚੀਫ ਜਸਟਿਸ ਆਫ ਇੰਡੀਆ, ਪ੍ਰਾਈਮ ਮਿਨਿਸਟਰ, ਪ੍ਰੈਸੀਡੈਂਟ, ਲਾਅ ਮਿਨਿਸਟਰ, ਠੀਕ ਹੈ ਰਾਜੇ। ਆਪਾਂ ਨੂੰ ਪਤਾ ਹੈ ਅਪਾਇੰਟਮੈਂਟ ਕੌਣ ਕਰਦਾ ਰਾਜੇ ਸੁਪਰੀਮ ਕੋਰਟ ਦੇ ਜੱਜਿਸ ਦੀ? ਅਪਾਇੰਟਮੈਂਟ ਕਰਦੇ ਨੇ ਪ੍ਰੈਸੀਡੈਂਟ, ਠੀਕ ਹੈ। ਤੇ ਜੇ ਪ੍ਰੈਸੀਡੈਂਟ ਅਪਾਇੰਟ ਕਰਦੇ ਨੇ ਤਾਂ ਫਿਰ ਰੈਜ਼ਿਗਨੇਸ਼ਨ ਲੈਟਰ ਵੀ ਪ੍ਰੈਸੀਡੈਂਟ ਨੂੰ ਹੀ ਮਿਲੇਗਾ, ਤਾਂ ਆਪਣਾ ਆਨਸਰ ਆਏਗਾ ਰਾਜੇ ਸੀ, ਪ੍ਰੈਸੀਡੈਂਟ। ਅਗਰ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ, ਚਾਹੇ ਚੀਫ ਜਸਟਿਸ ਹੀ ਕਿਉਂ ਨਾ ਹੋਵੇ, ਅਗਰ ਰਿਜ਼ਾਈਨ ਕਰਨਾ ਹੈ ਤਾਂ ਆਪਣਾ ਤਿਆਗ ਪੱਤਰ ਪ੍ਰੈਸੀਡੈਂਟ, ਰਾਸ਼ਟਰਪਤੀ ਨੂੰ ਦੇਣਗੇ, ਠੀਕ ਹੈ ਜੀ, ਕਿਉਂਕਿ ਅਪਾਇੰਟਮੈਂਟ ਵੀ ਰਾਸ਼ਟਰਪਤੀ ਨੇ ਹੀ ਕੀਤੀ ਸੀ, ਠੀਕ ਹੈ। ਸੇਮ ਗੋਜ਼ ਵਿਦ ਰਾਜੇ ਹਾਈ ਕੋਰਟ ਜੱਜਿਸ, ਕਿ ਹਾਈ ਕੋਰਟ ਦੇ ਜੱਜਿਸ ਦੀ ਅਪਾਇੰਟਮੈਂਟ ਵੀ ਪ੍ਰੈਸੀਡੈਂਟ ਹੀ ਕਰਦੇ ਨੇ, ਠੀਕ ਹੈ ਜੀ। ਚਲੋ, ਹੂ ਸੈਟਲਸ ਦ ਡਿਸਪਿਊਟਸ ਰਿਗਾਰਡਿੰਗ ਇਲੈਕਸ਼ਨ ਆਫ ਪ੍ਰੈਸੀਡੈਂਟ ਆਫ ਇੰਡੀਆ? ਰਾਜੇ ਸਾਨੂੰ ਪਤਾ ਹੈ ਆਰਟੀਕਲ 54 ਦੇ ਵਿੱਚ ਇਲੈਕਟੋਰਲ ਕਾਲਜ ਦੀ ਗੱਲ ਕੀਤੀ ਗਈ ਹੈ, ਠੀਕ ਹੈ। 52 ਦੇ ਵਿੱਚ ਕੀ ਹੈਗਾ? ਪ੍ਰੈਸੀਡੈਂਟ। ਤੇ 54 ਦੇ ਵਿੱਚ ਰਾਜੇ ਇੱਕ ਇਲੈਕਟੋਰਲ ਕਾਲਜ ਦੀ ਗੱਲ ਕੀਤੀ ਹੈ ਵੀ ਕਿਵੇਂ ਇਲੈਕਸ਼ਨ ਕਰਨਾ ਹੈਗਾ, ਠੀਕ ਹੈ, ਪ੍ਰੈਸੀਡੈਂਟ ਦਾ, ਠੀਕ ਹੈ। ਇਹਦੇ ਵਿੱਚ ਕਾਫੀ ਇੱਕ ਮਤਲਬ ਲੰਬਾ ਜਿਹਾ ਪ੍ਰੋਸੈਸ ਹੈਗਾ ਵੀ ਕਿਵੇਂ ਸਾਰਾ ਪ੍ਰੋਸੈਸ ਕਰਨਾ, ਕਿਵੇਂ ਇਲੈਕਸ਼ਨ ਕਰਨੀ ਹੈ। ਹੁਣ ਇਹੋ ਜਿਹੇ ਲੰਬੇ ਪ੍ਰੋਸੈਸ ਦੇ ਵਿੱਚ ਪੋਸੀਬਿਲਿਟੀ ਹੈਗੀ ਕਿ ਕੋਈ ਨਾ ਕੋਈ ਡਿਸਪਿਊਟ ਪੈ ਸਕਦਾ ਹੈ, ਠੀਕ ਹੈ। ਕੋਈ ਨਾ ਕੋਈ ਐਮਪੀ ਕਹਿ ਸਕਦਾ ਖੜਾ ਹੋ ਕੇ ਵੀ ਇਹ ਚੀਜ਼ ਗਲਤ ਹੋਈ ਹੈ ਇਲੈਕਸ਼ਨ ਦੇ ਵਿੱਚ, ਇਹ ਚੀਜ਼ ਸਹੀ ਹੋਈ ਹੈ, ਤਾਂ ਕੋਈ ਨਾ ਕੋਈ ਡਿਸਪਿਊਟ ਪੈਣ ਦੇ ਬੜੇ ਚਾਂਸਸ ਹੁੰਦੇ ਨੇ, ਠੀਕ ਹੈ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ। ਤਾਂ ਅਗਰ ਕੋਈ ਡਿਸਪਿਊਟ ਪੈਂਦਾ ਰਾਜੇ ਤਾਂ ਹੂ ਸੈਟਲਸ, ਅਗਰ ਕੋਈ ਐਸਾ ਡਿਸਪਿਊਟ ਪੈਂਦਾ ਹੈ ਤਾਂ ਇਹ ਜਿਹੇ ਡਿਸਪਿਊਟ ਨੂੰ ਸੈਟਲ ਕੌਣ ਕਰੇਗਾ, ਇਹ ਕੁਐਸਚਨ ਪੁੱਛ ਰਿਹਾਗਾ। ਹੂ ਸੈਟਲਸ ਦ ਡਿਸਪਿਊਟਸ ਰਿਗਾਰਡਿੰਗ ਇਲੈਕਸ਼ਨ ਆਫ ਰਾਸ਼ਟਰਪਤੀ, ਠੀਕ ਹੈ। ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਅਗਰ ਕੋਈ ਡਿਸਪਿਊਟ ਹੁੰਦਾ ਹੈ ਤਾਂ ਕੌਣ ਸੈਟਲ ਕਰੇਗਾ ਰਾਜੇ? ਕੀ ਪਾਰਲੀਮੈਂਟ ਕਰੇਗੀ, ਸੁਪਰੀਮ ਕੋਰਟ, ਇਲੈਕਸ਼ਨ ਕਮਿਸ਼ਨ, ਜਾਂ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ? ਤਾਂ ਆਪਣਾ ਆਨਸਰ ਦੇਖੋ ਰਾਜੇ, ਨੋਰਮਲ ਕੇਸਿਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਕਾਫੀ ਆਪਾਂ ਨੂੰ ਪਤਾ ਹੈ ਡਿਸਪਿਊਟ ਸੋਲਵ ਕਰਦੀ ਹੁੰਦੀ ਹੈ, ਬਟ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਅਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਇਹ ਦੋ ਇਲੈਕਸ਼ਨ ਨੇ ਰਾਜੇ ਜਿਨ੍ਹਾਂ ਦੇ ਵਿੱਚ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ ਹੈ ਤਾਂ ਇਹਦਾ ਸੋਲੂਸ਼ਨ ਕਰੂਗਾ ਰਾਜੇ ਸੁਪਰੀਮ ਕੋਰਟ, ਠੀਕ ਹੈ। ਅਤੇ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਵੀ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਵੀ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ ਹੈ, ਇਲੈਕਸ਼ਨ ਦੇ ਵਿੱਚ ਗੱਲ ਕਰ ਰਿਹਾ ਮੈਂ, ਕਿਉਂਕਿ ਜਿਹੜੀ ਵੋਟਿੰਗ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਉਹਦੇ ਵਿੱਚ ਵਾਦ ਵਿਵਾਦ ਹੋਣ ਦੇ ਚਾਂਸਿਸ ਬਣ ਜਾਂਦੇ ਨੇ, ਠੀਕ ਹੈ। ਤਾਂ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ ਹੈ ਤਾਂ ਸੁਪਰੀਮ ਕੋਰਟ ਦਾ ਡਿਸੀਜਨ ਹੈ ਜਿਹੜਾ ਫਾਈਨਲ ਹੋਏਗਾ ਵੀ ਹਾਂ ਇਹ ਚੀਜ਼ ਸਹੀ ਹੈ, ਇਹ ਚੀਜ਼ ਗਲਤ ਹੈ। ਸੁਪਰੀਮ ਕੋਰਟ ਡਿਸਾਈਡ ਕਰੇਗੀ ਕਿਹੜੇ ਇਲੈਕਸ਼ਨ ਦੇ ਵਿੱਚ, ਇੱਕ ਰਾਸ਼ਟਰਪਤੀ ਦੇ, ਇੱਕ ਉਪ ਰਾਸ਼ਟਰਪਤੀ ਦੇ। ਤੁਸੀਂ ਅੱਜ ਤੋਂ ਬਾਅਦ ਯਾਦ ਰੱਖਣਾ, ਠੀਕ ਹੈ ਜੀ। ਨੈਕਸਟ ਮੂਵ ਔਨ ਕਰੀਏ 5th ਕੁਐਸਚਨ ਦੇ ਵਿੱਚ ਰਾਜੇ। ਵੈਰੀ ਈਜ਼ੀ ਕੁਐਸਚਨ ਹੈ ਜਿਹੜਾ ਕਿ ਅਕਸਰ ਹੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਪੰਜਾਬ ਐਗਜ਼ਾਮ ਦੇ ਵਿੱਚ, ਠੀਕ ਹੈ। ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਰਾਈਟ? ਫੰਡਾਮੈਂਟਲ ਰਾਈਟ ਦੇ ਆਰਟੀਕਲਸ ਕਿਹੜੇ ਨੇ ਰਾਜੇ? 12 ਤੋਂ ਲੈ ਕੇ 35। ਪਾਰਟ 3 ਦੇ ਵਿੱਚ ਆਉਂਦਾ ਇਹ, ਆਪਾਂ ਨੂੰ ਪਤਾ ਹੈ ਸਾਡੇ ਸੰਵਿਧਾਨ ਦੇ ਪਾਰਟ 3 ਦੇ ਵਿੱਚ ਆਉਂਦਾ ਹੈ। ਪਾਰਟ 3 12 ਤੋਂ 35 ਆਰਟੀਕਲਸ ਨੇ ਫੰਡਾਮੈਂਟਲ ਰਾਈਟਸ, ਠੀਕ ਹੈ। ਅਤੇ ਇਹਨਾਂ ਚਾਰਾਂ ਦੇ ਵਿੱਚੋਂ ABCD ਦੇ ਵਿੱਚ ਪੁੱਛ ਰਿਹਾ ਕਿਹੜੀ ਫੰਡਾਮੈਂਟਲ ਰਾਈਟ ਨਹੀਂ ਹੈਗੀ ਰਾਜੇ, ਠੀਕ ਹੈ। ਰਾਈਟ ਟੂ ਇਕੁਐਲਿਟੀ ਕੀ ਹੈ ਰਾਜੇ? ਦੇਖੋ 14 ਤੋਂ 18 ਪੜ੍ਹਦੇ ਆਪਾਂ, ਠੀਕ ਹੈ। ਇਹ ਆਪਣਾ ਮਤਲਬ ਫੰਡਾਮੈਂਟਲ ਰਾਈਟ ਦਾ ਪਾਰਟ ਹੈ। 12 ਤੋਂ 35 ਦੇ ਵਿੱਚ ਆ ਰਿਹਾ ਨਾ, ਬਿਲਕੁਲ ਹੈਗਾ। ਰਾਈਟ ਟੂ ਪ੍ਰੋਪਰਟੀ ਕੀ ਹੈ ਰਾਜੇ? 300A ਦੇ ਵਿੱਚ ਆਊਗਾ ਇਹ, ਠੀਕ ਹੈ। ਤਾਂ 12 ਤੋਂ 35 ਦੇ ਵਿੱਚ ਨਹੀਂ ਆ ਰਹੀ ਇਹ ਚੀਜ਼, ਠੀਕ ਹੈ। ਤਾਂ ਡੈਫੀਨੇਟਲੀ ਇਹ ਵਾਲੀ ਜਿਹੜੀ ਰਾਈਟ ਟੂ ਪ੍ਰੋਪਰਟੀ ਹੈ ਇਟ ਇਜ਼ ਨਾਟ ਅ ਫੰਡਾਮੈਂਟਲ ਰਾਈਟ। ਆਪਣਾ ਆਨਸਰ ਆਏਗਾ ਰਾਜੇ B, ਬਿਲਕੁਲ ਆਪਣਾ ਆਨਸਰ B ਆਏਗਾ। ਰਾਈਟ ਟੂ ਪ੍ਰੋਪਰਟੀ ਇਜ਼ ਨਾਟ ਅ ਫੰਡਾਮੈਂਟਲ ਰਾਈਟ, ਰਾਦਰ ਇਟ ਇਜ਼ ਅ ਕੌਨਸਟੀਟਿਊਸ਼ਨਲ ਰਾਈਟ ਜਾਂ ਫਿਰ ਇਟ ਇਜ਼ ਅ ਲੀਗਲ ਰਾਈਟ, ਦੋਨੋਂ ਹੀ ਨੇਗੇ, ਠੀਕ ਹੈ। ਦੋਨੋਂ ਹੀ ਨੇ, ਲੀਗਲ ਰਾਈਟ ਵੀ ਕਹਿ ਸਕਦੇ ਹੋ ਅਤੇ ਕੌਨਸਟੀਟਿਊਸ਼ਨਲ ਰਾਈਟ ਵੀ ਕਹਿ ਸਕਦੇ ਹਾਂ, ਬਟ ਫੰਡਾਮੈਂਟਲ ਰਾਈਟ ਨਹੀਂ ਕਹਿ ਸਕਦੇ। ਰਾਈਟ ਟੂ ਪ੍ਰੋਪਰਟੀ ਇਜ਼ ਨਾਟ ਅ ਫੰਡਾਮੈਂਟਲ ਰਾਈਟ। ਤੁਹਾਨੂੰ ਪਤਾ ਹੈ 44th ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1978 ਦੇ ਨਾਲ ਰਾਈਟ ਟੂ ਪ੍ਰੋਪਰਟੀ ਨੂੰ ਫੰਡਾਮੈਂਟਲ ਰਾਈਟ ਤੋਂ ਰਿਮੂਵ ਕਰਤਾ ਸੀਗਾ, ਠੀਕ ਹੈ। ਪਹਿਲਾਂ ਇਹ ਫੰਡਾਮੈਂਟਲ ਰਾਈਟ ਹੀ ਸੀਗੀ, ਬਟ 44th ਅਮੈਂਡਮੈਂਟ ਦੇ ਨਾਲ ਇਹ ਰਿਮੂਵ ਕਰਤਾ ਸੀ ਅਤੇ 300A ਦੇ ਵਿੱਚ ਪਾਤਾ ਸੀ, ਆਰਟੀਕਲ 300A ਦੇ ਵਿੱਚ ਪਾਤਾ ਸੀ, ਤਾਂ ਕਰਕੇ ਇਹਨੂੰ ਕੌਨਸਟੀਟਿਊਸ਼ਨ ਜਾਂ ਫਿਰ ਲੀਗਲ ਰਾਈਟ ਹੀ ਕਹਿੰਦੇ ਆ, ਫੰਡਾਮੈਂਟਲ ਰਾਈਟ ਨਹੀਂ ਕਹਿ ਸਕਦੇ ਹੁਣ, ਠੀਕ ਹੈ। ਰਾਈਟ ਟੂ ਫਰੀडम ਪੜ੍ਹ ਦੇਖ ਲੈਣਾ ਰਾਜੇ, ਆਰਟੀਕਲ 19 ਹੈ, ਠੀਕ ਹੈ। 12 ਤੋਂ 35 ਦੇ ਵਿੱਚ ਆ ਰਿਹਾ, ਡੈਫੀਨੇਟਲੀ ਇਹ ਫੰਡਾਮੈਂਟਲ ਰਾਈਟ ਹੈ। ਰਾਈਟ ਟੂ ਕੌਨਸਟੀਟਿਊਸ਼ਨ ਰੈਮਡੀਜ਼, ਆਰਟੀਕਲ 32, ਇਹ ਵੀ ਇੱਕ ਫੰਡਾਮੈਂਟਲ ਰਾਈਟ ਹੈ, ਠੀਕ ਹੈ, ਕਿਉਂਕਿ 12 ਤੋਂ 35 ਦੇ ਵਿੱਚ ਹੀ ਆ ਰਿਹਾ, ਠੀਕ ਹੈ। ਇਹਨੂੰ ਹਾਰਟ ਐਂਡ ਸੋਲ ਵੀ ਕਿਹਾ ਜਾਂਦਾ, ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ, ਠੀਕ ਹੈ। ਹਾਰਟ ਐਂਡ ਸੋਲ, ਇਹ ਵੀ ਕੁਐਸਚਨ ਬਹੁਤ ਵਾਰੀ ਆਉਂਦਾ ਹੈ ਕਿ ਕਿਹੜੀ ਫੰਡਾਮੈਂਟਲ ਰਾਈਟ ਨੂੰ ਹਾਰਟ ਐਂਡ ਸੋਲ ਕਿਹਾ ਜਾਂਦਾ ਹੈ, ਤਾਂ ਉਹ ਹੈਗਾ ਰਾਜੇ ਆਰਟੀਕਲ 32, ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼। ਕਿਹਨੇ ਕਿਹਾ ਸੀ ਇਹ ਚੀਜ਼? ਅੰਬੇਦਕਰ ਸਾਹਿਬ ਨੇ। ਆਪਣੇ ਡਰਾਫਟਿੰਗ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ
ਉਹ ਅੰਬੇਦਕਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼ ਇਜ਼ ਅ ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ ਆਫ ਇੰਡੀਆ। ਠੀਕ ਹੈ ਜੀ, ਤਾਂ ਕਲੀਅਰ ਹੋਣਾ ਚਾਹੀਦਾ ਰਾਜੇ। ਆਂਸਰ ਕੀ ਆਊਗਾ ਆਪਣਾ, ਰਾਈਟ ਟੂ ਪ੍ਰੋਪਰਟੀ ਇਜ਼ ਨੋਟ ਅ ਫੰਡਾਮੈਂਟਲ ਰਾਈਟ। ਠੀਕ ਹੈ, ਈਜ਼ੀ ਕੁਐਸਚਨ ਸੀ ਬਟ ਕਾਫੀ ਕੁਝ ਸਿੱਖਣ ਨੂੰ ਮਿਲਿਆ ਆਪਾਂ ਨੂੰ ਇਹਦੇ ਵਿੱਚੋਂ। ਨੈਕਸਟ ਮੂਵ ਔਨ ਕਰਦੇ ਰਾਜੇ 6 ਕੁਐਸਚਨ ਦੇ ਉੱਪਰ। ਵਿਚ ਵਨ ਆਫ ਦ ਫੋਲੋਇੰਗ ਸ਼ਡਿਊਲਸ, ਆਪਾਂ ਨੂੰ ਪਤਾ ਰਾਜੇ 12 ਸ਼ਡਿਊਲਸ ਨੇ ਆਪਣੇ। ਠੀਕ ਹੈ, ਟੋਟਲ 12 ਸ਼ਡਿਊਲਸ ਨੇ। ਓਰੀਜਨਲੀ ਕਿੰਨੇ ਸੀਗੇ, 8 ਸੀਗੇ, ਬਟ ਬਾਅਦ ਦੇ ਵਿੱਚ 4 ਐਡ ਹੋ ਗਏ ਤੇ ਅੱਜ 12 ਸ਼ਡਿਊਲਸ ਨੇ ਆਪਣੇ। Which one of the following schedules of Indian Constitution lists the names of states and specifies their territories ਰਾਜੇ। ਠੀਕ ਹੈ, 12 ਸ਼ਡਿਊਲ ਨੇ ਰਾਜੇ, ਡਿਫਰੈਂਟ ਸ਼ਡਿਊਲ ਦੇ ਵਿੱਚ ਡਿਫਰੈਂਟ ਚੀਜ਼ਾਂ ਲਿਖੀਆਂ ਨੇਗੀਆਂ। ਪੋਸੀਬਲੀ ਮੈਂ ਸ਼ਡਿਊਲਸ ਦੀ ਇੱਕ ਵੀਡੀਓ ਬਣਾਵਾਂਗਾ ਜਿਹਦੇ ਵਿੱਚ ਕਿ ਟ੍ਰਿਕਸ ਦੇ ਨਾਲ ਸਾਰੇ ਸ਼ਡਿਊਲਸ ਯਾਦ ਹੋ ਜਾਣਗੇ। ਠੀਕ ਹੈ, 12 ਸ਼ਡਿਊਲਸ ਨੇ ਆਪਣੇ ਤੇ 25 ਪਾਰਟਸ ਨੇਗੇ। ਠੀਕ ਹੈ, 12 ਸ਼ਡਿਊਲ 25 ਪਾਰਟਸ, ਪੋਸੀਬਲੀ ਜਲਦੀ ਹੀ ਇੱਕ ਵੀਡੀਓ ਬਣਾ ਦਾਂਗਾ ਜਿਹਦੇ ਵਿੱਚ ਕਿ 12 ਸ਼ਡਿਊਲ ਤੇ 25 ਪਾਰਟਸ ਨੂੰ ਟ੍ਰਿਕਸ ਨਾਲ ਯਾਦ ਕਰਨਾ ਸਿਖਾਵਾਂਗਾ। ਠੀਕ ਹੈ ਜੀ, ਚਲੋ ਇਹ ਕੁਐਸਚਨ ਆਨਸਰ ਕਰੀਏ ਰਾਜੇ ਕਿ ਨੇਮ ਆਫ ਸਟੇਟਸ ਦੇ ਨਾਮ ਲਿਖੇ ਹੋਣੇ ਚਾਹੀਦੇ ਨੇ ਤੇ ਨਾਲ ਉਹਦੀਆਂ ਟੈਰੀਟਰੀਜ਼, ਕਿੰਨੇ ਏਰੀਆ, ਕਿੰਨਾ ਜਗ੍ਹਾ ਦੇ ਵਿੱਚ ਉਹ ਸਟੇਟ ਦਾ ਖੇਤਰਫਲ ਹੈਗਾ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਕਿਹੜੇ ਸ਼ਡਿਊਲ ਦੇ ਵਿੱਚ ਲਿਖੀਆਂ ਨੇ, ਤਾਂ ਆਪਣਾ ਆਨਸਰ ਆਏਗਾ ਰਾਜੇ ਫਰਸਟ ਸ਼ਡਿਊਲ। ਪਹਿਲੇ ਸ਼ਡਿਊਲ ਦੇ ਵਿੱਚ ਹੀ ਨੇਮ ਆਫ ਸਟੇਟਸ ਐਂਡ ਇਟਸ ਟੈਰੀਟਰੀ, ਨੇਮਸ ਐਂਡ ਟੈਰੀਟਰੀ, ਇਹ ਆਪਣੀ ਪਹਿਲੇ ਸ਼ਡਿਊਲ ਦੇ ਵਿੱਚ ਹੀ ਲਿਖੀ ਹੈ ਵੀ ਕਿੰਨੀਆਂ ਸਟੇਟਸ ਨੇ ਆਪਣੇ ਦੇਸ਼ ਦੇ ਵਿੱਚ, ਕਿੰਨਾ ਦਾ ਖੇਤਰਫਲ ਹੈ। ਤਾਂ ਇਹ ਸਾਰਾ ਕੁਝ ਪਹਿਲੇ ਸ਼ਡਿਊਲ ਦੇ ਵਿੱਚ ਹੀ ਲਿਖਿਆ ਹੋਇਆ, ਨੇਮਸ ਆਫ ਸਟੇਟਸ। ਠੀਕ ਹੈ ਜੀ, ਹਾਂਜੀ। ਸੈਕਿੰਡ ਸ਼ਡਿਊਲ ਦੇ ਵਿੱਚ ਕੀ ਹੈ ਰਾਜੇ, ਸਿੰਪਲੀ ਸੈਲਰੀਜ਼ ਵਗੈਰਾ ਨੇਗੀਆਂ, ਡਿਫਰੈਂਟ ਆਫੀਸ਼ੀਅਲਸ ਦੀਆਂ ਸੈਲਰੀਜ਼ ਨੇਗੀਆਂ, ਇਹਨੂੰ ਕਿੰਨੀ ਦੇਣੀ, ਉਹਨੂੰ ਕਿੰਨੀ ਦੇਣੀ ਹੈ। ਠੀਕ ਹੈ, ਸੈਲਰੀਜ਼, ਅਲਾਉੈਂਸਿਸ, ਇਹ ਸਭ ਕੁਛ। ਥਰਡ ਸ਼ਡਿਊਲ ਦੇ ਵਿੱਚ ਕੀ ਹੈ ਰਾਜੇ, ਓਥ ਹੈਗੀ ਕਿ ਡਿਫਰੈਂਟ ਫੰਕਸ਼ਨਰੀਜ਼ ਨੇ ਜਿਹੜੇ ਕਿਹੜੀ ਸਹੁੰ ਚੱਕਦੇ ਨੇਗੇ। ਠੀਕ ਹੈ, ਸਹੁੰ ਉਹਨਾਂ ਦੀ ਐਜ਼ ਇਟ ਇਜ਼ ਓਥ ਲਿਖੀ ਹੋਈ ਹੈ ਵੀ ਆਈ ਸਵੇਅਰ ਟੂ ਦਿਸ, ਆਈ ਸਵੇਅਰ ਟੂ ਦੈਟ, ਮੈਂ ਭਗਵਾਨ ਕੋ ਸਾਕਸ਼ੀ ਮਾਨ ਕਰੀਏ ਸਭ, ਹੈ ਨਾ। ਤਾਂ ਇਹ ਕੁਛ ਲਿਖਿਆ ਹੋਇਆ ਸ਼ਡਿਊਲ ਥਰਡ ਦੇ ਵਿੱਚ। ਫੋਰਥ ਸ਼ਡਿਊਲ ਦੇ ਵਿੱਚ ਕੀ ਹੈ ਰਾਜੇ, ਰਾਜ ਸਭਾ ਦੇ ਵਿੱਚ ਹਰ ਇੱਕ ਸਟੇਟ ਦੀ ਕਿੰਨੀ ਐਲੋਕੇਸ਼ਨ ਹੈ। ਜਿਵੇਂ ਤੁਸੀਂ ਪੰਜਾਬ ਦਾ ਦੇਖੋ, ਪੰਜਾਬ ਦੇ ਕਿੰਨੇ ਮੈਂਬਰ ਰਾਜ ਸਭਾ ਦੇ ਵਿੱਚ ਜਾਂਦੇ ਨੇ ਰਾਜੇ, 7 ਮੈਂਬਰਸ। ਠੀਕ ਹੈ, ਆਪਣੇ 7 ਮੈਂਬਰ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਜਾਂਦੇ ਨੇ। ਠੀਕ ਹੈ, ਇਸੇ ਤਰ੍ਹਾਂ ਡਿਫਰੈਂਟ ਸਟੇਟਸ ਦੇ, ਹਰਿਆਣਾ ਦੇ, ਹਿਮਾਚਲ ਦੇ, ਕਿੰਨੇ ਮੈਂਬਰਸ ਜਿਹੜੇ ਰਾਜ ਸਭਾ ਦੇ ਵਿੱਚ ਜਾਂਦੇ ਨੇ, ਇਹ ਸਾਰਾ ਜਿਹੜਾ ਨੰਬਰਸ ਨੇ ਇਹ ਲਿਖਿਆ ਹੋਇਆ ਫੋਰਥ ਸ਼ਡਿਊਲ ਦੇ ਵਿੱਚ। ਠੀਕ ਹੈ, ਹਾਊ ਮੈਨੀ ਸੀਟਸ ਆਰ ਐਲੋਕੇਟਡ ਟੂ ਡਿਫਰੈਂਟ ਸਟੇਟਸ ਇਨ ਰਾਜ ਸਭਾ, ਹਰ ਇੱਕ ਸਟੇਟ ਡਿਫਰੈਂਟ ਸਟੇਟਸ ਨੂੰ ਕਿੰਨੇ ਸੀਟਾਂ ਐਲੋਕੇਟ ਨੇ ਰਾਜ ਸਭਾ ਦੇ ਵਿੱਚ। ਠੀਕ ਹੈ, ਇਹ ਸਾਰਾ ਕੁਝ ਫੋਰਥ ਸ਼ਡਿਊਲ ਦੇ ਵਿੱਚ ਲਿਖਿਆ। ਠੀਕ ਹੈ ਜੀ, ਮੈਂ ਕਿਵੇਂ ਯਾਦ ਰੱਖਣਾ ਇਹਨੂੰ, ਨਮਸਤੇ, ਸਲਾਮ ਅਤੇ ਸਤਿ ਸ਼੍ਰੀ ਅਕਾਲ ਸੀਟਸ ਕਹਿ ਸਕਦੇ ਆਪਾਂ, ਸੀਟਸ। ਬਾਕੀ ਮੈਂ ਇਸੇ ਦੇ ਬੇਸ 'ਤੇ ਇੱਕ ਟ੍ਰਿਕ ਬਣਾਵਾਂਗਾ 12 ਸ਼ਡਿਊਲ ਦੀ। ਠੀਕ ਹੈ, ਉਹਦੀ ਪਹਿਲਾ ਪਾਰਟ ਇਹੀ ਹੈ, ਨਮਸਤੇ, ਸਲਾਮ ਅਤੇ ਸਤਿ ਸ਼੍ਰੀ ਅਕਾਲ। ਠੀਕ ਹੈ, ਨਮਸਤੇ ਤੋਂ ਬਣ ਗਿਆ ਨੇਮਸ, ਸੈਲਰੀਜ਼ ਤੋਂ ਬਣ ਗਿਆ ਸਲਾਮ, ਓਥ ਤੋਂ ਬਣ ਗਿਆ ਅਤੇ ਸੀਟਸ ਤੋਂ ਬਣ ਗਿਆ ਸਤਿ ਸ਼੍ਰੀ ਅਕਾਲ। ਠੀਕ ਹੈ, ਨਮਸਤੇ, ਸਲਾਮ ਅਤੇ ਸਤਿ ਸ਼੍ਰੀ ਅਕਾਲ, ਇਹ ਮੇਰਾ ਕੁਝ ਇੱਕ ਪੈਟਰਨ ਹੈਗਾ। ਇਸੇ ਤਰ੍ਹਾਂ 12 ਦੇ 12 ਸ਼ਡਿਊਲਸ ਵੀ ਟ੍ਰਿਕਸ ਨਾਲ ਕਰਾਂਗੇ ਆਪਾਂ। ਨਮਸਤੇ, ਸਲਾਮ ਅਤੇ ਸਤਿ ਸ਼੍ਰੀ ਅਕਾਲ। ਚਲੋ, ਦ ਮੈਂਬਰਸ ਆਫ ਸਟੇਟ ਪਬਲਿਕ ਸਰਵਿਸ ਕਮਿਸ਼ਨ, 7th ਕੁਐਸਚਨ ਹੈ ਰਾਜੇ। ਮੈਂਬਰਸ ਆਫ ਸਟੇਟ ਪਬਲਿਕ ਸਰਵਿਸ ਕਮਿਸ਼ਨ, ਆਪਾਂ ਜਿਵੇਂ ਆਪਣੀ PPSC ਹੈ, ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਠੀਕ ਹੈ, ਉਸੇ ਤਰ੍ਹਾਂ ਹਰ ਸਟੇਟ ਦੀ ਇੱਕ ਪਬਲਿਕ ਸਰਵਿਸ ਕਮਿਸ਼ਨ ਹੁੰਦੀ ਹੈ। ਤਾਂ ਇਹਦੇ ਮੈਂਬਰਸ ਨੇ ਜਿਹੜੇ SPSC ਦੇ ਜਿਹੜੇ ਮੈਂਬਰਸ ਨੇ ਉਹ ਕਿਹਦੇ ਦੁਆਰਾ ਅਪੁਆਇੰਟ ਹੁੰਦੇ ਨੇ ਰਾਜੇ। ਠੀਕ ਹੈ, ਈਜ਼ੀ ਕੁਐਸਚਨ ਹੈਗਾ। ਦੇਖੋ, ਪੰਜਾਬ ਦੀ ਮਤਲਬ ਇੱਕ ਸਟੇਟ ਦੀ ਬੋਡੀ ਹੈਗੀ ਹੈ, ਤਾਂ ਸਟੇਟ ਦਾ ਸਭ ਤੋਂ ਵੱਡਾ ਆਫੀਸ਼ੀਅਲ ਜਿਹੜਾ ਹੈਗਾ ਗਵਰਨਰ ਇਹਨਾਂ ਦੀ ਅਪੁਆਇੰਟਮੈਂਟ ਕਰੂਗਾ। ਠੀਕ ਹੈ, ਆਪਣਾ ਆਨਸਰ ਹੈਗਾ ਰਾਜੇ ਗਵਰਨਰ ਇਹਦਾ। ਕਿ ਜਿਹੜੇ SPSC ਦੇ ਮੈਂਬਰਸ ਨੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ, ਉਹਨਾਂ ਨੂੰ ਅਪੁਆਇੰਟਮੈਂਟ ਗਵਰਨਰ ਸਾਹਿਬ ਕਰਨਗੇ ਆਪਣੇ। ਠੀਕ ਹੈ, ਰਾਜਪਾਲ ਸਾਹਿਬ ਕਰਨਗੇ। ਠੀਕ ਹੈ ਜੀ, ਬਟ ਇੱਥੇ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਰਾਜੇ, ਅਗਰ ਇਹਨਾਂ ਨੂੰ ਰਿਮੂਵ ਕਰਨਾ ਹੈਗਾ, ਮੰਨ ਲਓ ਚਲੋ ਅਪੁਆਇੰਟਮੈਂਟ ਤਾਂ ਗਵਰਨਰ ਨੇ ਕਰਤੀ, ਠੀਕ ਹੈ, ਅਪੁਆਇੰਟਡ ਬਾਏ, ਬਟ ਜੇ ਰਿਮੂਵ ਕਰਨਾ ਹੋਵੇ ਤਾਂ ਗਵਰਨਰ ਨਹੀਂ ਕਰ ਸਕਦਾ ਰਾਜੇ। ਰਿਮੂਵ ਕੌਣ ਕਰੂਗਾ, ਪ੍ਰੈਜ਼ੀਡੈਂਟ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਬਹੁਤ ਹੀ ਕਨਫਿਊਜ਼ਿੰਗ ਕੁਐਸਚਨ ਹੈ, ਅਕਸਰ ਹੀ ਭੁੱਲ ਜਾਂਦੇ ਆਪਾਂ, ਚਾਹੇ ਜਿੰਨੇ ਮਰਜ਼ੀ ਵਾਰ ਪੜ੍ਹ ਲਈਏ, ਇੱਕ ਵਾਰੀ ਫੇਰ ਆਪਾਂ ਨੂੰ ਕਨਫਿਊਜ਼ਨ ਜ਼ਰੂਰ ਹੁੰਦੀ ਹੈ। ਤਾਂ ਅੱਜ ਤੋਂ ਬਾਅਦ ਨਹੀਂ ਭੁੱਲਣਾ ਹੈਗਾ ਕਿ ਅਗਰ ਪੰਜਾਬ PPSC ਦੇ ਮੈਂਬਰ ਨੂੰ ਰਿਮੂਵ ਕਰਨਾ ਹੈ, ਤੁਸੀਂ ਹੋਰ ਕਿਸੇ ਸਟੇਟ ਨੂੰ ਛੱਡ ਦਿਓ, ਜਸਟ PPSC ਨੂੰ ਮਾਈਂਡ ਦੇ ਵਿੱਚ ਰੱਖੋ। ਠੀਕ ਹੈ, PPSC ਦੇ ਅਗਰ ਮੈਂਬਰ ਨੂੰ ਕਿਸੇ ਨੂੰ ਰਿਮੂਵ ਕਰਨਾ ਹੈ ਤਾਂ ਪ੍ਰੈਜ਼ੀਡੈਂਟ ਰਿਮੂਵ ਕਰਨਗੇ। ਠੀਕ ਹੈ, ਰਾਸ਼ਟਰਪਤੀ ਕਰਨਗੇ, ਕੋਵਿੰਦ ਸਾਹਿਬ ਕਰਨਗੇ। ਠੀਕ ਹੈ, ਕੋਵਿੰਦ ਸਾਹਿਬ ਕਰਨਗੇ ਆਪਣੇ ਰਾਸ਼ਟਰਪਤੀ। ਠੀਕ ਹੈ, ਅਗਰ ਅਪੁਆਇੰਟਮੈਂਟ ਕਰਨੀ ਹੈ ਤਾਂ ਆਪਣੇ ਰਾਜਪਾਲ ਸਾਹਿਬ ਹੀ ਕਰ ਦੇਣਗੇ, ਆਪਣੇ ਗਵਰਨਰ ਹੀ ਕਰ ਦੇਣਗੇ। ਇਹ ਬਹੁਤ ਵੱਡਾ ਡਿਫਰੈਂਸ ਹੈ, ਬਹੁਤ ਵੱਡੀ ਕਨਫਿਊਜ਼ਿੰਗ ਫੈਕਟਰ ਹੈਗਾ। ਠੀਕ ਹੈ, ਅੱਜ ਤੋਂ ਬਾਅਦ ਨਹੀਂ ਭੁੱਲਣਾ, ਅਪੁਆਇੰਟਮੈਂਟ ਕਿਹਨੇ ਕਰਨੀ ਹੈ, ਗਵਰਨਰ ਨੇ, ਰਿਮੂਵ ਕਿਹਨੇ ਕਰਨਾ ਹੈ, ਪ੍ਰੈਜ਼ੀਡੈਂਟ ਨੇ। ਠੀਕ ਹੈ, ਜਿਵੇਂ UPSC ਦੇ ਮੈਂਬਰਸ ਨੇ ਉਸੇ ਤਰ੍ਹਾਂ UPSC ਦੇ ਮੈਂਬਰਸ ਨੂੰ ਵੀ ਪ੍ਰੈਜ਼ੀਡੈਂਟ ਹੀ ਰਿਮੂਵ ਕਰਦੇ ਨੇ। ਠੀਕ ਹੈ, ਉਸੇ ਤਰ੍ਹਾਂ PPSC ਦੇ ਮੈਂਬਰ ਨੂੰ ਵੀ ਪ੍ਰੈਜ਼ੀਡੈਂਟ ਰਿਮੂਵ ਕਰਨਗੇ ਔਰ ਪ੍ਰੋਸੀਜਰ ਵੀ ਸੇਮ ਹੈ ਆਲਮੋਸਟ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰੀਏ ਰਾਜੇ। 8th ਕੁਐਸਚਨ ਹੈ, which of the following powers does the president not have in relation to ਲੋਕ ਸਭਾ। ਇਹਨਾਂ ਦੇ ਵਿੱਚੋਂ ਰਾਜੇ ਦੇਖੋ, ਆਪਾਂ ਨੂੰ ਪਤਾ ਹੈ ਪ੍ਰੈਜ਼ੀਡੈਂਟ ਇਜ਼ ਐਨ ਇੰਟੀਗਰਲ ਪਾਰਟ ਆਫ ਪਾਰਲੀਮੈਂਟ। ਠੀਕ ਹੈ, ਜੇ ਮੈਂ ਪਾਰਲੀਮੈਂਟ ਦੀ ਗੱਲ ਕਰਾਂ, ਪਾਰਲੀਮੈਂਟ ਦੇ ਵਿੱਚ ਕੌਣ ਆਉਂਦਾ ਰਾਜੇ, ਇੱਕ ਤਾਂ ਆਉਂਦੀ ਹੈ ਲੋਕ ਸਭਾ,
एक आंदी राज्य सभा, एक आंदा अपने प्रेसीडेंट। ये तीन पार्ट ने राजे पार्लीमेंट, ठीक है। तो प्रेसीडेंट इज़ एन इंटीग्रल पार्ट, मैंबर नहीं मैं कह रहा, पार्ट ने ये, ठीक है। मैंबर एक अलग चीज़ होंगी है, मैंबर कौन होंगे ने, MPs होंगे ने मैंबरस तो, ठीक है, जिवें साडा भगवंत मान हो गया, ठीक है। तो प्रेसीडेंट जिहड़ा मैंबर नहीं हैगा बट एक पार्ट हैगा, पार्ट ऑफ पार्लीमेंट। जिवें लोक सभा एक पार्ट है, राज्य सभा एक पार्ट है, उस तरह प्रेसीडेंट भी एक पार्ट है, ठीक है। ਹੁਣ ਕਈ ਫੰਕਸ਼ਨਸ ਨੇਗੇ ਲੋਕ ਸਭਾ ਦੇ ਵਿੱਚ ਵੀ ਫੰਕਸ਼ਨਸ ਨੇ, ਰਾਜ ਸਭਾ ਦੇ ਵਿੱਚ ਵੀ ਫੰਕਸ਼ਨਸ ਨੇ ਜਿਹੜੇ ਕਿ ਰਾਸ਼ਟਰਪਤੀ ਨੂੰ ਕਰਨੇ ਪੈਂਦੇ ਨੇ, ਠੀਕ ਹੈ, ਰਾਸ਼ਟਰਪਤੀ ਦੇ ਕੰਮ ਨੇਗੇ। ਅਤੇ ਇਹਨਾਂ ਦੇ ਵਿੱਚ ਪੁੱਛ ਰਿਹਾ ਕਿ ਕਿਹੜਾ ਕੰਮ ਰਾਸ਼ਟਰਪਤੀ ਦਾ ਨਹੀਂ ਹੈਗਾ, ਠੀਕ ਹੈ। ਕੰਮ ਵਿੱਚ ਦ ਫੋਲੋਇੰਗ ਪਾਵਰਸ, ਇਹਨਾਂ ਦੇ ਵਿੱਚੋਂ ਕਿਹੜਾ ਚੀਜ਼ ਹੈ ਜਿਹੜੀ ਪ੍ਰੈਜ਼ੀਡੈਂਟ ਨਹੀਂ ਕਰਦੇ, ਠੀਕ ਹੈ। ਤਾਂ ਸੰਮਨ ਦੀ ਗੱਲ ਕਰਦਾ ਰਿਹਾ ਜੀ, ਸੰਮਨ ਦਾ ਕੀ ਮਤਲਬ ਹੁੰਦਾ, ਬੁਲਾਉਣਾ, ਠੀਕ ਹੈ, ਹਾਊਸ ਨੂੰ ਬੁਲਾਉਣਾ ਵੀ ਆਓ ਬੈਠੋ ਸਾਰੇ ਕੰਮ ਕਰਵਾ ਕੇ, ਠੀਕ ਹੈ। ਜਿਵੇਂ ਸਾਡੇ 3 ਸੈਸ਼ਨਸ ਹੁੰਦੇ ਨੇ, ਬਜਟ ਸੈਸ਼ਨ, ਮੌਨਸੂਨ ਸੈਸ਼ਨ ਅਤੇ ਵਿੰਟਰ ਸੈਸ਼ਨ, BMW। ਇਹ ਸੈਸ਼ਨ ਦੇ ਵਿੱਚ ਜਦੋਂ ਬੁਲਾਉਣਾ ਹੁੰਦਾ ਹੈ ਸਾਰੇ MPs ਨੂੰ, ਤਾਂ ਪ੍ਰੈਸੀਡੈਂਟ ਸਮਨ ਕਰਦੇ ਨੇ। ਸਮਨ ਜਿਵੇਂ ਆਪਾਂ ਕੋਰਟ ਦੇ ਸਮਨ ਵੀ ਦੇਖਦੇ ਹਾਂ ਨਾ, ਤਾਂ ਉਹਦੇ ਵਿੱਚ ਕੀ ਹੁੰਦਾ, ਬੁਲਾਉਂਦੇ, ਕੋਰਟ ਉਹਨੂੰ ਬੁਲਾ ਰਹੀ ਹੁੰਦੀ ਹੈ, ਇਨਵਾਈਟ ਕਰ ਰਹੀ ਹੁੰਦੀ ਕਿਸੇ ਗੱਲ ਕਰਕੇ। ਉਸੇ ਤਰ੍ਹਾਂ ਪ੍ਰੈਸੀਡੈਂਟ ਵੀ ਸਮਨ ਕਰਦੇ ਨੇ ਹਾਊਸਿਸ ਨੂੰ ਕਿ ਹਾਂ ਆਓ ਬੈਠੋ ਕੰਮ ਕਰੋ। ਇਹ ਕੰਮ ਤਾਂ ਬਿਲਕੁਲ ਠੀਕ ਹੈ, ਇਹ ਤਾਂ ਹੈਗਾ। ਆਪਾਂ ਨੂੰ ਕੀ ਪੁੱਛਿਆ, ਪਾਵਰ ਕਿਹੜੀ ਨਹੀਂ ਹੈਗੀ, ਇਹਨਾਂ ਦੇ ਵਿੱਚ ਕਿਹੜੀ ਪਾਵਰ ਨਹੀਂ ਹੈਗੀ, ਇਹ ਤਾਂ ਹੈਗੀ ਹੈ, ਸਮਨ ਤਾਂ ਹੈਗੀ ਹੈ। ਪ੍ਰੋਰੋਗੇਸ਼ਨ ਦਾ ਕੀ ਮਤਲਬ ਹੈ ਰਾਜੇ, ਹਾਊਸ ਨੂੰ ਬੰਦ ਕਰਨਾ, ਜਿਵੇਂ ਇੱਥੇ ਬੁਲਾਉਣਾ ਸੀਗਾ ਇੱਥੇ ਬੰਦ ਕਰਨਾ ਵੀ ਹੁਣ ਜਾਓ ਘਰੇ ਜਾਓ ਆਪਣੇ, ਠੀਕ ਹੈ, ਇਹਨੂੰ ਕਹਿੰਦੇ ਨੇ ਪ੍ਰੋਰੋਗੇਸ਼ਨ। ਤਾਂ ਇਹ ਵੀ ਪ੍ਰੈਜ਼ੀਡੈਂਟ ਹੀ ਕਰਦੇ ਨੇ, ਇਹ ਵੀ ਪਾਵਰ ਹੈਗੀ ਹੈ। ਡਿਸੋਲੂਸ਼ਨ ਰਾਜੇ, ਲੋਕ ਸਭਾ ਡਿਜ਼ੋਲਵ ਵੀ ਪ੍ਰੈਜ਼ੀਡੈਂਟ ਹੀ ਕਰਦੇ ਨੇ, ਤਾਂ ਇਹ ਵੀ ਹੈਗੀ ਹੈ। ਬਟ ਜਿਹੜਾ B ਆਪਸ਼ਨ ਹੈ ਰਾਜੇ, ਐਡਜਰਨਮੈਂਟ ਸੀਨੇ ਡੇ ਹੈ, ਇਹ ਰਾਜੇ ਪਾਵਰ ਹੈਗੀ ਹੈ ਸਪੀਕਰ ਦੀ, ਇਹ ਸਪੀਕਰ ਦੀ ਪਾਵਰ ਰਾਜੇ, ਇਹ ਪ੍ਰੈਜ਼ੀਡੈਂਟ ਦੀ ਪਾਵਰ ਨਹੀਂ ਹੈਗੀ, ਠੀਕ ਹੈ। ਤਾਂ ਆਪਣਾ ਆਨਸਰ ਆਏਗਾ ਰਾਜੇ B, ਕਿ ਜੇ ਐਡਜਰਨਮੈਂਟ ਕਰਨੀ ਉਹ ਵੀ, ਐਡਜਰਨਮੈਂਟ ਸੀਨੇਡੀਏ ਕਰਨੀ ਉਹ ਵੀ ਸਪੀਕਰ ਹੀ ਕਰੂਗਾ, ਪ੍ਰੀਜ਼ਾਈਡਿੰਗ ਆਫਿਸਰ ਕਰੂਗਾ ਉਸ ਹਾਊਸ ਦਾ, ਠੀਕ ਹੈ। ਹੁਣ ਲੋਕ ਸਭਾ ਦੀ ਗੱਲ ਹੋ ਰਹੀ ਤਾਂ ਲੋਕ ਸਭਾ ਦਾ ਪ੍ਰੀਜ਼ਾਈਡਿੰਗ ਆਫਿਸਰ ਕਿਹੜਾ ਹੁੰਦਾ ਰਾਜੇ, ਸਪੀਕਰ ਹੁੰਦਾ। ਜੇ ਰਾਜ ਸਭਾ ਦਾ ਹੁੰਦਾ ਫਿਰ ਕੌਣ ਹੁੰਦਾ ਰਾਜੇ, ਫਿਰ ਹੁੰਦਾ ਚੇਅਰਮੈਨ ਆਪਣਾ, ਠੀਕ ਹੈ, ਜਾਂ ਫਿਰ ਵਾਈਸ ਪ੍ਰੈਜ਼ੀਡੈਂਟ, ਠੀਕ ਹੈ ਜੀ। ਤਾਂ ਇਹਨਾਂ ਤਿੰਨਾਂ ਦੇ ਚਾਰਾਂ ਦੇ ਵਿੱਚੋਂ ਰਾਜੇ ਸਿਰਫ ਐਡਜਰਨਮੈਂਟ ਸੀਨੇਡੀਏ ਹੈ ਜਿਹੜਾ ਕਿ ਸਪੀਕਰ ਦੀ ਪਾਵਰ ਹੈ, ਪ੍ਰੈਜ਼ੀਡੈਂਟ ਦੀ ਨਹੀਂ ਹੈਗੀ। ਤਾਂ ਆਪਣਾ ਆਨਸਰ ਬਿਲਕੁਲ B ਆਏਗਾ, ਠੀਕ ਹੈ। ਬਾਕੀ ਤਿੰਨੇ ਸਮਨ, ਪ੍ਰੋਰੋਗ ਅਤੇ ਡਿਸੋਲੂਸ਼ਨ ਇਜ਼ ਅ ਪਾਵਰ ਆਫ ਪ੍ਰੈਜ਼ੀਡੈਂਟ, ਰਾਸ਼ਟਰਪਤੀ ਦੀ ਹੀ ਪਾਵਰਸ ਨੇ ਬਾਕੀ ਤਿੰਨੋਂ, ACD, ਠੀਕ ਹੈ। B ਵਾਲੀ ਪਾਵਰ ਸਪੀਕਰ ਦੀ ਹੈ। ਚਲੋ ਜੀ, ਇਨ ਵਿਚ ਦ ਫੋਲੋਇੰਗ ਪ੍ਰੋਵੀਜ਼ਨਸ ਆਫ ਕਨਸਟੀਟਿਊਸ਼ਨ ਇਜ਼ ਦ ਪ੍ਰਿੰਸੀਪਲ ਆਫ ਕਲੈਕਟਿਵ ਰਿਸਪੋਂਸਿਬਿਲਿਟੀ ਆਫ ਕਾਊਂਸਲ ਆਫ ਮਿਨਿਸਟਰ ਐਨਸ਼ਰਾਈਨਡ। ਕਲੈਕਟਿਵ ਰਿਸਪੋਂਸਿਬਿਲਿਟੀ ਰਾਜੀ ਬਹੁਤ ਇੰਪੋਰਟੈਂਟ ਫਰੇਜ਼ ਹੈਗਾ, ਠੀਕ ਹੈ। ਆਪਣਾ ਸਾਰਾ ਦਾ ਸਾਰਾ ਪਾਰਲੀਮੈਂਟਰੀ ਸਿਸਟਮ ਹੈ ਜਿਹੜਾ ਉਹ ਇਸੇ ਫਰੇਜ਼ ਦੇ ਉੱਪਰ ਡਿਪੈਂਡੈਂਟ ਹੈਗਾ, ਠੀਕ ਹੈ। ਆਪਣੇ ਦੇਸ਼ ਦੇ ਵਿੱਚ ਸੰਸਦ ਹੈਗੀ ਹੈ, ਪਾਰਲੀਮੈਂਟ ਹੈਗੀ ਹੈ, ਠੀਕ ਹੈ, ਸਰਕਾਰ ਬਣਦੀ ਹੈ ਉਹਦੇ ਵਿੱਚੋਂ, ਜਿਹਦੇ ਕੋਲ ਜ਼ਿਆਦਾ ਨੰਬਰ ਹੋਏ, ਜਿਹਦੇ ਕੋਲ ਜ਼ਿਆਦਾ ਸੀਟਾਂ ਹੋਈਆਂ ਉਹਦੀ ਸਰਕਾਰ ਬਣਦੀ ਹੈ। ਤਾਂ ਇਹ ਸਾਰਾ ਕੁਛ ਰਾਜੇ ਡਿਪੈਂਡ ਕਰਦਾ ਹੈ ਇਸੇ ਫਰੇਜ਼ ਦੇ ਉੱਪਰ, ਠੀਕ ਹੈ, ਇਸੇ ਫਰੇਜ਼ ਦੇ ਉੱਪਰ ਕਲੈਕਟਿਵ ਰਿਸਪੋਂਸਿਬਿਲਿਟੀ, ਠੀਕ ਹੈ। ਬਹੁਤ ਇੰਪੋਰਟੈਂਟ ਫਰੇਜ਼ ਹੈ। ਅਤੇ ਇਹੀ ਪੁੱਛ ਰਿਹਾ ਵੀ ਕਿਹੜੇ ਸੰਵਿਧਾਨ ਦੇ ਕਿਸ ਆਰਟੀਕਲ ਦੇ ਵਿੱਚ ਇਹ ਫਰੇਜ਼ ਲਿਖਿਆ ਹੋਇਆ ਹੈਗਾ, ਠੀਕ ਹੈ, ਸਿੰਪਲੀ। ਤਾਂ ਇਹਦਾ ਆਨਸਰ ਆਏਗਾ ਰਾਜੇ ਆਰਟੀਕਲ 75, ਠੀਕ ਹੈ। ਬਿਲਕੁਲ ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਬਹੁਤ ਈਜ਼ੀ ਕੁਐਸਚਨ ਅਗਰ ਤੁਸੀਂ ਪੜ੍ਹਿਆ ਹੋਇਆ ਹੈਗਾ, ਠੀਕ ਹੈ। ਤਾਂ ਅੱਜ ਤੋਂ ਬਾਅਦ ਯਾਦ ਰੱਖਣਾ ਰਾਜੇ, ਦੇਖੋ 75 ਨੰਬਰ ਯਾਦ ਕਰਨਾ ਵੀ ਸੌਖਾ ਹੀ ਹੈ, ਠੀਕ ਹੈ, ਮਤਲਬ ਇੱਕ ਵਧੀਆ ਨੰਬਰ ਹੈਗਾ, 25 ਦਾ ਮਲਟੀਪਲ ਹੈਗਾ, ਤਾਂ ਯਾਦ ਕਰਨਾ ਸੌਖਾ ਹੈਗਾ। ਅਤੇ ਕਲੈਕਟਿਵ ਰਿਸਪੋਂਸਿਬਿਲਿਟੀ ਦੀ ਆਪਾਂ ਗੱਲ ਕਰਾਂਗੇ, ਕਲੈਕਟਿਵ, ਠੀਕ ਹੈ। ਇਹ ਕਿਹਦੇ ਵਿੱਚ ਆਊਗਾ ਰਾਜੇ, ਆਰਟੀਕਲ 75 ਦੇ ਵਿੱਚ। ਆਪਾਂ ਵਿਦ ਟਾਈਮ ਪੜ੍ਹਾਂਗੇ ਅਗਰ ਤੁਸੀਂ ਮੇਰੇ ਨਾਲ ਕੰਟੀਨਿਊ ਕਰੋਗੇ, ਅਤੇ ਕੀ ਕਲੈਕਟਿਵ ਰਿਸਪੋਂਸਿਬਿਲਿਟੀ ਕੀ ਹੁੰਦੀ ਹੈ, ਪਾਰਲੀਮੈਂਟ ਵਰਸਿਸ ਪ੍ਰੈਜ਼ੀਡੈਂਸ਼ੀਅਲ ਸਿਸਟਮ ਕੀ ਹੁੰਦਾ ਹੈ ਨਾ, ਇਹ ਸਾਰਾ ਕੁਛ ਆਪਾਂ ਪੜ੍ਹਦੇ ਹੁੰਦੇ ਹਾਂ ਪੋਲਿਟੀ ਦੇ ਵਿੱਚ। ਪਾਰਲੀਮੈਂਟ ਵਰਸਿਸ ਪ੍ਰੈਜ਼ੀਡੈਂਸ਼ੀਅਲ ਸਿਸਟਮ, ਜਿਵੇਂ ਆਪਣੇ ਦੇਸ਼ ਦੇ ਵਿੱਚ ਦਾ ਪਾਰਲੀਮੈਂਟ ਸਿਸਟਮ ਹੈ ਇੰਡੀਆ ਦੇ ਵਿੱਚ, ਠੀਕ ਹੈ। USA ਦੇ ਵਿੱਚ ਕੀ ਹੈ ਰਾਜੇ, ਇੱਕ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈਗਾ, ਠੀਕ ਹੈ। ਤਾਂ ਇਹਨਾਂ ਵਿੱਚ ਕੀ ਡਿਫਰੈਂਸ ਹੈ ਬੇਸਿਕਲੀ, ਇਹ ਸਾਰਾ ਕੁਛ ਵੀ ਅਸੀਂ ਪੜ੍ਹਦੇ ਹੁੰਦੇ ਹਾਂ, ਠੀਕ ਹੈ। ਹਾਂਜੀ, ਤਾਂ ਆਪਣਾ ਆਨਸਰ ਇਹਦਾ ਹੈਗਾ ਰਾਜੇ ਆਰਟੀਕਲ 75। ਆਰਟੀਕਲ 74 ਦੇ ਵਿੱਚ ਸਿੰਪਲੀ ਕੀ ਹੈ ਰਾਜੇ, ਮਤਲਬ ਵੀ ਕਾਊਂਸਲ ਆਫ ਮਿਨਿਸਟਰ ਦੀ ਐਡਵਾਈਸ ਨਾਲ ਹੀ, ਕਾਊਂਸਲ ਆਫ ਮਿਨਿਸਟਰ ਯਾਨੀ ਕਾਊਂਸਲ ਮਿਨਿਸਟਰ ਕੀ ਹੈ ਰਾਜੇ, ਮੰਤਰੀ ਮੰਡਲ, ਸਾਰਾ ਦਾ ਸਾਰਾ ਮੰਤਰੀ ਮੰਡਲ, ਇਹਨਾਂ ਦੀ ਐਡਵਾਈਸ ਨਾਲ ਹੀ ਜਿਹੜਾ ਕੀ ਹੈ ਆਪਣਾ ਪ੍ਰੈਜ਼ੀਡੈਂਟ ਕੰਮ ਕਰਦੇ ਨੇ, ਠੀਕ ਹੈ। ਇਹ ਆਰਟੀਕਲ 74 ਦੇ ਵਿੱਚ ਹੈ। ਆਰਟੀਕਲ 77 ਦੇ ਵਿੱਚ ਕੀ ਹੈ ਰਾਜੇ, ਮਿਨਿਸਟਰੀਜ਼, ਵੀ ਕਿਹੜੇ ਮਿਨਿਸਟਰ ਨੂੰ ਕਿਵੇਂ ਮਿਨਿਸਟਰੀ ਐਲੋਕੇਟ ਕਰਨੀ ਹੈ, ਮਿਨਿਸਟਰੀ ਦਾ ਕਿਸੇ ਦਾ ਨਾਮ ਚੇਂਜ ਕਰਨਾ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ HRD ਤੋਂ ਅਸੀਂ ਐਜੂਕੇਸ਼ਨ ਮਿਨਿਸਟਰੀ ਬਣਾਤਾ ਹੈ ਨਾ, ਇਹ ਜਾਂ ਕੁਛ, ਤਾਂ ਇਹ ਸਾਰਾ ਕੁਛ ਆ ਜਾਂਦਾ ਇਹਦੇ ਵਿੱਚ, ਠੀਕ ਹੈ। ਆਰਟੀਕਲ 78 ਦੇ ਵਿੱਚ ਰਾਜੇ ਕਮਿਊਨੀਕੇਸ਼ਨ ਆ ਜਾਂਦੀ ਹੈ, ਠੀਕ ਹੈ, ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਬਟ ਤੁਸੀਂ ਆਹ ਤਿੰਨੋਂ ਦੇਖ ਲਓ, ਇਹ ਵੀ ਕੋਈ ਇੰਨਾ ਖਾਸ ਇੰਪੋਰਟੈਂਟ ਨਹੀਂ, ਆਹ ਦੋਨੋਂ ਬਹੁਤ ਇੰਪੋਰਟੈਂਟ ਨੇ, ਆਰਟੀਕਲ 75 ਅਤੇ ਆਰਟੀਕਲ 74। ਆਰਟੀਕਲ 75 ਦੇ ਵਿੱਚ ਕੀ ਹੈ, ਕਲੈਕਟਿਵ ਰਿਸਪੋਂਸਿਬਿਲਿਟੀ। 74 ਦੇ ਵਿੱਚ ਕੀ ਹੈ ਕਿ ਪ੍ਰੈਜ਼ੀਡੈਂਟ ਜੋ ਵੀ ਕੰਮ ਕਰਦਾ, ਆਪਾਂ ਨੂੰ ਪਤਾ ਆਪਣਾ ਪ੍ਰੈਜ਼ੀਡੈਂਟ ਇੱਕ ਰਬਰ ਸਟੈਂਪ ਹੈਗਾ, ਵੀ ਜੋ ਵੀ ਉਹਨੂੰ ਸਰਕਾਰ ਕਹਿੰਦੀ ਹੈ, ਮੋਦੀ ਸਾਹਿਬ ਕਹਿੰਦੇ ਨੇ, ਪ੍ਰੈਜ਼ੀਡੈਂਟ ਉਹੀ ਕਰਦੇ ਨੇ, ਠੀਕ ਹੈ। ਤਾਂ ਇਹ ਚੀਜ਼ ਜਿਹੜੀ ਹੈਗੀ ਹੈ, ਇਹ ਆਰਟੀਕਲ 74 ਦੇ ਵਿੱਚ ਲਿਖੀ ਹੋਈ ਹੈ, ਵੀ ਪ੍ਰੈਜ਼ੀਡੈਂਟ ਖੁਦ ਕੁਝ ਨਹੀਂ ਕਰਨਾ, ਪ੍ਰੈਜ਼ੀਡੈਂਟ ਨੇ ਜੋ ਵੀ ਕਰਨਾ ਹੈ ਕਾਊਂਸਲ ਆਫ ਮਿਨਿਸਟਰ ਜਾਂ ਫਿਰ ਕਹਿ ਸਕਦੇ ਆਪਾਂ PM ਦੀ ਐਡਵਾਈਸ ਦੇ ਨਾਲ ਕਰਨਾ ਹੈ, ਠੀਕ ਹੈ। ਇਹ ਚੀਜ਼ ਕਰਦਾ ਵੀ ਮੰਤਰੀ ਮੰਡਲ ਦੀ ਐਡਵਾਈਸ ਨਾਲ ਕਰਨਾ ਹੈ, ਖੁਦ ਪ੍ਰੈਜ਼ੀਡੈਂਟ ਨੇ ਕੋਈ ਵੀ ਡਿਸੀਜਨ ਖੁਦ ਨਹੀਂ ਲੈਣਾ ਹੈਗਾ। ਤਾਂ ਇਹ ਆਰਟੀਕਲ 74 ਦੇ ਵਿੱਚ ਲਿਖਿਆ, ਦੋਨੋਂ ਆਰਟੀਕਲ ਬਹੁਤ ਇੰਪੋਰਟੈਂਟ ਨੇ, 74 75। ਚਲੋ, ਵਿਚ ਵਨ ਆਫ ਦ ਫੋਲੋਇੰਗ ਆਰ ਦ ਫੀਚਰਸ ਆਫ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ, ਠੀਕ ਹੈ। ਹੁਣੀ ਆਪਾਂ ਪੜ੍ਹਿਆ ਰਾਜੇ ਪਾਰਲੀਮੈਂਟਰੀ ਗਵਰਨਮੈਂਟ, ਕਿ ਆਪਣੇ ਦੇਸ਼ ਦੇ ਵਿੱਚ ਜਿਹੜੀ ਕੀ ਹੈ ਪਾਰਲੀਮੈਂਟਰੀ ਗਵਰਨਮੈਂਟ ਹੈ, ਅਤੇ ਸਾਰੀ ਦੀ ਸਾਰੀ ਪਾਰਲੀਮੈਂਟਰੀ ਗਵਰਨਮੈਂਟ
इस फ्रेज के उपर डिपेंडेंट है, कलैक्टिव रिस्पोंसिबिलिटी। ठीक है, की मतलब है जिम सिंपल जी गल है भी जिमें अपने हुण सरकार है, गवर्नमेंट है, ठीक है, मोदी साहब ने, तो मोदी साहब सरकार के मैंबर तो है ही गए ने, PM तो है ही गए ने, नाल दी नाल लोक सभा के मैंबर भी नेगे, लैजिसलेचर के मैंबर भी नेगे। जिहड़ा एग्जीक्यूटिव है वो लैजिसलेटिव का भी पार्ट है। ठीक है, तो आप की कहने एग्जीक्यूटिव फॉर्म्स अ पार्ट ऑफ लैजिसलेचर ऑल्सो, या फिर एग्जीक्यूटिव कम्स फ्रॉम लैजिसलेचर ओनली। ठीक है, जिहड़ा एग्जीक्यूटिव है, सरकार है, वो लैजिसलेचर के विचों ही आउंदी है। ठीक है, ये एक वड्डा फैक्टर हैगा पार्लीमेंटरी फॉर्म ऑफ गवर्नमेंट का, कि दोने इंटरलिंक्ड नेगे, एग्जीक्यूटिव ते जिहड़ा लैजिसलेटिव है दोने इंटरलिंक्ड नेगे। ठीक है, आ जिहड़ा ओवरलैप है ये ओवरलैप हुंदा हमेशा एग्जीक्यूटिव ते लैजिसलेटिव का। ठीक है, इन्हूं आपां ओवरलैप कहने आ, ओवरलैप ऑफ पावर्स। ठीक है, चलो हुण जिहड़ी प्रेजिडेंशियल सिस्टम दे विच गल आ राजे, ये बिल्कुल ओपोजिट हुंदा है जिवें कि USA दे विच है। ठीक है, हुण लास्ट स्लाइड दे विच मैं तुहानूं की समझायागा कि ओवरलैप है एग्जीक्यूटिव ते लैजिसलेचर का। ठीक है, यानी कि जिहड़ा एग्जीक्यूटिव है वो लैजिसलेचर के विचों ही आंदा है। कि मतलब है भी मोदी साहब ने जिहड़े या होर मंत्रीज नेगे तो वो लैजिसलेचर के विचों ही आउणगे, वो एक बारी पहला MP बनणगे फिर ही मंत्री बन सकते हैं। ठीक है, तो इहनूं आपां कहने ओवरलैप। बट अमेरिका दे विच की है जो राजे सैक्रटरीज नेगे, ठीक है, प्रेजिडेंशियल है, प्रेजिडेंट है, प्रेजिडेंट की है एग्जीक्यूटिव है, ये कंप्लीटली अलग होंदा राजे लैजिसलेचर तो, कंप्लीटली अलग होंदा लैजिसलेचर तो। की है उन्होंने लैजिसलेचर कौन है राजे, कांग्रेस, या फिर जिवें आपां कहने हाउस ऑफ रिप्रैजेंटेटिव प्लस सैनेट, जिहड़ी उन्होंने संसद है, पार्लीमेंट है, जिन्होंने असीं कांग्रेस कह दिंदे आ, जिवें साडी असीं अपनी पार्लीमेंट की कहने राजे संसद कहने या फिर पार्लीमेंट ही कह दिंदे आ। जिहड़ी अमेरिका दे विच पार्लीमेंट है उसका नाम की है राजे, उसका नाम ही कांग्रेस ही नाम है उसका। ठीक है, अपनी कांग्रेस पार्टी का नाम भी इसे कांग्रेस तो पियागा कि जिहड़ी उन्होंने संसद का नाम सीगा। ठीक है, तो पार्लीमेंट कांग्रेस इक्को चीज़ हैगी। तो आपां गल कर रहे हैं जी कि अमेरिका दे विच प्रेजिडेंट ते लैजिसलेचर यानी कि एग्जीक्यूटिव ते लैजिसलेचर बिल्कुल ही सैपरेट ने। पहला अपने देश के की है ओवरलैप हैगा, एग्जीक्यूटिव ते लैजिसलेचर दोनों इक्को पार्ट मतलब अपने आप दे इंटरलिंक्ड नेगे, ओवरलैप करते हैं, बट इत्थे बिल्कुल ही सैपरेट नेगे। ठीक है, तो सैपरेशन ऑफ पावर की गल करते हैं आप। ठीक है, तो यही क्वेश्चन के पूछ रहा है विच वन द फॉलोइंग फीचर्स इज़ ऑफ अ प्रेजिडेंशियल गवर्नमेंट। तो सब तो इंपोर्टेंट फीचर है जी सैपरेशन ऑफ पावर ही हैगा। ठीक है, जिवें तुहानूं पहलां दस्सिया सी भी पार्लीमेंटरी गवर्नमेंट दे विच कलैक्टिव रिस्पोंसिबिलिटी सब तो इंपोर्टेंट फ्रेज हैगा, उस तरह प्रेजिडेंशियल सिस्टम के जिहड़ा कि अमेरिका दे विच है सैपरेशन ऑफ पावर एक सब तो इंपोर्टेंट फ्रेज हैगा। ठीक है जी, तो ये इंपोर्टेंट है, प्लीज़ ध्यान नाल पढ़ना हैगा। अगर थोड़ी जी कन्फ्यूजन हैगी है तो दोबारा वीडियो नूं प्ले करो। ठीक है, बहुत इंपोर्टेंट चीज़ां नेगियां। राजे सी थोड़े वास्ते करियर जिहड़ा हैगा डिफरेंट बैचिस लैके आ रहे राजे, नवे बैच स्टार्ट होने वाले ने, कुछ बैचिस चल भी रहे नेगे। ठीक है, पंजाब पुलिस कांस्टेबल के जोड़े बैच है राजे बहुत जोरों शोरों चल रहा है, एक बैच नवा स्टार्ट भी होने वाला है, एक बैच ऑलरेडी चल रहा है। ठीक है जी, तो तुसीं राजे अगर तुहानूं लगदा भी तुहानूं किते ना किते कमी हैगी तुहाडी तैयारी दे विच, तां तुसीं प्लीज़ देर ना करो, आलस ना करो, कितों भी तुसीं हैल्प लैनी है, गाइडेंस लैनी है, कोई भी अपने सीनियर्स तो, किसी कोचिंग सेंटर तो, साडे तो, कितों भी तुसीं हैल्प लैनी है, तो परहेज़ ना करो, जल्दी ही अपने की है एग्जाम की तैयारी करो, तो 4 चन्न लगाओ अपनी तैयारी नूं, ते जल्दी तो जल्दी जॉब सिक्योर करो। ठीक है जी, कोई भी हैल्प राजे अगर करियर है तो तुसीं एक्सपैक्ट कर रहे हो तो तुसीं इस नंबर पर हमेशा कॉल कर सकते हो। बॉटम मोस्ट ते नंबर राजे लिखा हुआ है 9555150041। ठीक है जी, ये जो सब तो नीचे नंबर लिखा हुआ है तुसीं इस ते कॉल करके कोई भी इंफॉर्मेशन लै सकते हो। ठीक है जी, हाले वीडियो कंप्लीट नहीं हुई राजे, 10 क्वेश्चन होर करांगे आपां। ठीक है, चलो द कॉन्सैप्ट ऑफ PIL, द कॉन्सैप्ट ऑफ PIL पब्लिक इंटरस्ट लिटिगेशन, पहले तो ये फुल फॉर्म ही बहुत जरूरी है राजे, ये फुल फॉर्म ही एज इट इज़ पूछ लेंगे ने कि PIL की फुल फॉर्म की है, पब्लिक इंटरस्ट लिटिगेशन। द कॉन्सैप्ट ऑफ PIL ओरिजिनेटेड इन किहड़े देश के विच ये जिहड़ा कॉन्सैप्ट सी स्टार्ट होया। ठीक है, आयरलैंड दे विच, आस्ट्रेलिया, यूनाइटेड किंगडम या फिर ब्रिटेन या फिर यूनाइटेड स्टेट्स ऑफ अमेरिका। ठीक है राजे, इसका आंसर आएगा राजे यूनाइटेड स्टेट्स ऑफ अमेरिका, बिल्कुल USA आंसर आएगा। अमेरिका के विच राजे PIL का कॉन्सैप्ट स्टार्ट होया 1980s के विच। ठीक है, या उदों भी थोड़ा जिहा पहला, बट आप इत्थे मन्नांगे कि अमेरिका के विच ये वाला कॉन्सैप्ट स्टार्ट होएगा। ठीक है जी, जे आप इंडिया की गल करिए राजे, इंडिया के विच कुछ 5-7 साल बाद स्टार्ट होया सीगा, ते PN भगवती, चलो वो तुहानूं ज़्यादा इंपोर्टेंट नहीं है, हाँ, बट हाँ अमेरिका के ये वाला कॉन्सैप्ट जिहड़ा कि स्टार्ट होएगा। बट स्टिल तुसीं देख लिख सकते हो अगर लिखना है। ठीक है, इंडिया के की है जिहड़ा PN भगवती साहब जिहड़े जस्टिस सी साडे, उन्हां तो स्टार्ट होएगा। ठीक है, एक जस्टिस सीगे, जज सीगे PN भगवती, तो उन्हां तो साडा इंडिया के जिहड़ा PIL का कॉन्सैप्ट स्टार्ट होया। ठीक है, ओरिजिनली अमेरिका के स्टार्ट होया। ठीक है, दोनों ही चीज़ां इंपोर्टेंट नहीं है, PN भगवती भी तो अमेरिका भी। चलो 12th क्वेश्चन राजे, ईजी क्वेश्चन है जिन्हें पढ़िया हुआ था। विच वन ऑफ द फॉलोइंग इज़ राइटली डिस्क्राइब्ड एज मैग्ना कार्टा। मैग्ना कार्टा आप हमेशा वर्ड यूज़ करते होंगे। ठीक है, मैग्ना कार्टा ऑफ लोकल गवर्नमेंट।
ਤਾਂ ਲੋਕਲ ਗਵਰਨਮੈਂਟ ਦਾ ਮੈਗਨਾ ਕਾਰਟਾ, ਲੋਕਲ ਗਵਰਨਮੈਂਟ ਦਾ ਕੀ ਮਤਲਬ ਹੈ, ਜਿਵੇਂ ਪੰਚਾਇਤ ਹੋ ਗਿਆ, ਮਿਊਨਿਸਪੈਲਿਟੀਜ਼ ਹੋ ਗਈਆਂ, ਠੀਕ ਹੈ, ਜਿਹੜਾ ਆਪਣਾ 3rd ਟੀਅਰ ਦੀ ਸਰਕਾਰ ਹੁੰਦੀ ਹੈ, 3rd ਟੀਅਰ ਦੀ, ਠੀਕ ਹੈ। ਤਾਂ ਲੋਕਲ ਗਵਰਨਮੈਂਟ ਦਾ ਮੈਗਨਾ ਕਾਰਟਾ ਕਿਹਨੂੰ ਕਿਹਾ ਜਾਂਦਾ ਰਾਜੇ? ਮੌਂਟੇਗਿਊਸ ਡਿਕਲੇਰੇਸ਼ਨ? ਨਹੀਂ, ਬਿਲਕੁਲ ਵੀ ਨਹੀਂ। ਰਿਪਨਸ ਰੈਜ਼ੋਲੂਸ਼ਨ ਦੇਖ ਲੈਂਦੇ ਹਾਂ। ਸੀਆਰ ਰਾਜ ਫਾਰਮੂਲਾ? ਨਹੀਂ, ਬਿਲਕੁਲ ਵੀ ਨਹੀਂ। ਮਾਊਂਟਬੈਟਨ ਪਲਾਨ? ਬਿਲਕੁਲ ਨਹੀਂ। ਆਪਣਾ ਆਨਸਰ ਹੈਗਾ ਰਾਜੇ ਰਿਪਨਸ ਰੈਜ਼ੋਲੂਸ਼ਨ। ਲੋਰਡ ਰਿਪਨ ਦੇ ਦੁਆਰਾ ਇੱਕ ਰੈਜ਼ੋਲੂਸ਼ਨ ਪਾਸ ਕੀਤੀ ਗਈ ਸੀਗੀ, ਉਹਨੂੰ ਅਸੀਂ ਮੈਗਨਾ ਕਾਰਟਾ ਆਫ ਲੋਕਲ ਸੈਲਫ ਗਵਰਨਮੈਂਟ ਕਹਿ ਦਿੰਦੇ ਹਾਂ, ਠੀਕ ਹੈ। ਲੋਰਡ ਰਿਪਨ ਦਾ ਟਾਈਮ ਪੀਰੀਅਡ ਕੀ ਸੀ ਰਾਜੇ? 1880 ਤੋਂ ਲੈ ਕੇ 1884, ਕਿ ਇਹ ਸਾਡੇ ਇੱਕ ਵਾਇਸਰੋਏ ਰਹੇ ਨੇਗੇ, ਸਾਡੇ ਵਾਇਸਰੋਏ ਰਹੇ ਨੇ ਲੋਰਡ ਰਿਪਨ, ਠੀਕ ਹੈ। 1880 ਤੋਂ ਲੈ ਕੇ 1884। ਇਸੇ ਕਰਕੇ ਰਾਜੇ ਲੋਰਡ ਰਿਪਨ ਨੂੰ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਵੀ ਕਿਹਾ ਜਾਂਦਾ ਹੈ, ਫਾਦਰ ਆਫ ਲੋਕਲ ਸੈਲਫ ਗਵਰਨਮੈਂਟ, ਠੀਕ ਹੈ। ਫਾਦਰ ਆਫ LSG ਕਿਹਾ ਜਾਂਦਾ ਕਿਹਨੂੰ? ਲੋਰਡ ਰਿਪਨ ਨੂੰ, ਠੀਕ ਹੈ। ਅਤੇ ਇਹਨਾਂ ਦੀ ਰੈਜ਼ੋਲੂਸ਼ਨ ਨੂੰ ਮੈਗਨਾ ਕਾਰਟਾ ਆਫ ਲੋਕਲ ਗਵਰਨਮੈਂਟ, ਠੀਕ ਹੈ ਜੀ। ਅਤੇ ਦੋਨੇ ਚੀਜ਼ਾਂ ਇੰਪੋਰਟੈਂਟ ਨੇ, ਦੋਨੇ ਹੀ ਕੁਐਸਚਨ ਅਕਸਰ ਆ ਜਾਂਦੇ ਨੇ ਕਿ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਕੌਣ ਹੈ? ਤਾਂ ਲੋਰਡ ਰਿਪਨ ਆਏਗਾ ਰਾਜੇ, ਠੀਕ ਹੈ ਜੀ। ਚਲੋ 13th ਕੁਐਸਚਨ ਦੇਖੀਏ। ਦ ਐਗਜ਼ੀਕਿਊਟਿਵ ਇਨ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਇਜ਼ ਪਾਵਰਫੁਲ ਬਿਕੋਜ਼, ਹੁਣ ਜਿਵੇਂ ਗੱਲ ਕਰਾਂ ਪ੍ਰੈਜ਼ੀਡੈਂਸ਼ੀਅਲ ਫਾਰਮ ਦੀ, ਅਗੇਨ ਅਮਰੀਕਾ ਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ। ਅਮਰੀਕਾ ਦੇ ਵਿੱਚ ਜਿਹੜਾ ਐਗਜ਼ੀਕਿਊਟਿਵ ਹੈ ਕੌਣ ਹੈ ਰਾਜੇ? ਉਹਨਾਂ ਦਾ ਪ੍ਰੈਜ਼ੀਡੈਂਟ ਹੈਗਾ, ਠੀਕ ਹੈ, ਜਿਹੜਾ ਕਿ ਬਹੁਤ ਪਾਵਰਫੁਲ ਇੱਕ ਪਰਸਨੈਲਿਟੀ ਹੈਗਾ, ਠੀਕ ਹੈ। ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਬਹੁਤ ਹੀ ਜ਼ਿਆਦਾ ਪਾਵਰਫੁਲ ਹੈ, ਈਵਨ ਆਪਣੇ PM ਦੇ ਨਾਲੋਂ ਪਾਵਰਫੁਲ ਹੈਗਾ, ਠੀਕ ਹੈ। ਤਾਂ ਇੰਨਾ ਜ਼ਿਆਦਾ ਪਾਵਰਫੁਲ ਹੈ ਪ੍ਰੈਜ਼ੀਡੈਂਟ ਉਹਨਾਂ ਦਾ। ਐਗਜ਼ੀਕਿਊਟਿਵ ਇਨ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਇਜ਼ ਪਾਵਰਫੁਲ ਬਿਕੋਜ਼, ਕਿ ਲੈਜਿਸਲੇਚਰ ਵੀਕ ਹੈ ਉਹਨਾਂ ਦੀ, ਠੀਕ ਹੈ। ਦੇਖੋ ਐਗਜ਼ੀਕਿਊਟਿਵ, ਲੈਜਿਸਲੇਚਰ, ਜੁਡੀਸ਼ਰੀ, ਇਹ ਤਿੰਨ ਇੱਕ ਪਿਲਰਸ ਹੁੰਦੇ ਨੇ ਸਰਕਾਰ ਦੇ ਕਿਸੇ ਦੇ ਵੀ, ਠੀਕ ਹੈ ਨਾ, ਇੱਕ ਐਡਮਿਨਿਸਟ੍ਰੇਸ਼ਨ ਦੇ, ਐਗਜ਼ੀਕਿਊਟਿਵ, ਲੈਜਿਸਲੇਚਰ, ਜੁਡੀਸ਼ਰੀ। ਤਾਂ ਕੁਐਸਚਨ ਕਹਿ ਰਿਹਾ ਵੀ ਐਗਜ਼ੀਕਿਊਟਿਵ ਉਹਨਾਂ ਦਾ ਜ਼ਿਆਦਾ ਸਟਰੋਂਗ ਕਿਉਂ ਹੈਗਾ? ਕਿ ਲੈਜਿਸਲੇਚਰ ਵੀਕ ਹੈ ਉਹਨਾਂ ਦਾ? ਇਹ ਇੱਕ ਆਪਸ਼ਨ ਤਾਂ ਇਹ ਹੈਗਾ। ਜੱਜਿਸ ਆਰ ਅਪੋਇੰਟਡ ਬਾਏ, ਕਿ ਜਿਹੜੇ ਜੁਡੀਸ਼ਰੀ ਹੈ ਜੱਜਿਸ, ਉਹ ਪ੍ਰੈਜ਼ੀਡੈਂਟ ਦੁਆਰਾ ਅਪੋਇੰਟ ਹੁੰਦੇ ਨੇ, ਉਹ ਐਗਜ਼ੀਕਿਊਟਿਵ ਦੁਆਰਾ ਅਪੋਇੰਟ ਹੁੰਦੇ ਨੇ। ਦੇਖੋ ਤੁਸੀਂ ਸਮਝੋ ਇਸ ਚੀਜ਼ ਨੂੰ, ਕਿ ਜਦੋਂ ਕਿਸੇ ਬੰਦੇ ਨੂੰ ਆਪਾਂ ਅਪੋਇੰਟ ਕਰਦੇ ਹਾਂ, ਕੋਈ ਇੱਕ ਬੰਦਾ ਦੂਸਰੇ ਬੰਦੇ ਨੂੰ ਅਪੋਇੰਟ ਕਰ ਰਿਹਾ, ਠੀਕ ਹੈ, ਤਾਂ ਓਬਵੀਅਸਲੀ ਇਹ ਕੋਈ ਛੋਟਾ ਬੰਦਾ ਹੋਊਗਾ ਇਸ ਨਾਲੋਂ, ਇਹ ਸੀਨੀਅਰ ਹੋਊਗਾ, ਇਹ ਜੂਨੀਅਰ ਹੋਊਗਾ, ਇਹੀ ਚੀਜ਼ ਹੋਊਗੀ। ਹੁਣ ਅਮਰੀਕਾ ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੇ ਜੱਜਿਸ ਨੇ ਉਹਨਾਂ ਨੂੰ ਐਗਜ਼ੀਕਿਊਟਿਵ ਅਪੋਇੰਟ ਕਰਦਾ, ਪ੍ਰੈਜ਼ੀਡੈਂਟ ਅਪੋਇੰਟ ਕਰਦਾ, ਠੀਕ ਹੈ। ਤਾਂ ਕੀ ਕਿਹਾ ਜਾਂਦਾ ਵੀ ਜੁਡੀਸ਼ਰੀ ਫਿਰ ਛੋਟੀ ਹੋ ਗਈ, ਮਤਲਬ ਕਿਉਂਕਿ ਐਗਜ਼ੀਕਿਊਟਿਵ ਇਹਨਾਂ ਨੂੰ ਅਪੋਇੰਟ ਕਰ ਰਿਹਾ ਤਾਂ ਜੁਡੀਸ਼ਰੀ ਛੋਟੀ ਹੋ ਗਈ, ਇਹ ਵੀ ਆਪਸ਼ਨ ਕਹਿ ਰਹੇਗਾ। ਇਟ ਐਨਜੋਇਜ਼ ਸਿਕਿਉਰਿਟੀ ਆਫ ਟੈਨੋਰ, ਇਹਦੀ ਸਿਕਿਉਰਿਟੀ ਆਫ ਟੈਨੋਰ ਹੁੰਦੀ ਹੈ। ਜਿਵੇਂ ਆਪਾਂ ਗੱਲ ਕਰੀਏ ਆਪਣੇ PM ਦੀ ਜਾਂ ਆਪਣੇ ਇੰਡੀਆ ਦੀ, ਠੀਕ ਹੈ, ਆਪਣੇ ਸਾਰੇ ਮੰਤਰੀ ਮੰਡਲ ਦੀ, ਜੇ ਰਾਜੇ ਆਪਣੇ ਲੋਕ ਸਭਾ ਦੇ ਵਿੱਚ 272 ਤੋਂ ਸੀਟਾਂ ਘੱਟ ਗਈਆਂ ਇਹਨਾਂ ਦੀਆਂ, ਆਪਣੇ ਮੋਦੀ ਸਾਹਿਬ ਦੀਆਂ, ਠੀਕ ਹੈ, ਸਮਰਥਨ ਲੋਕਾਂ ਨੇ ਵਾਪਸ ਲੈ ਲਿਆ, BJP ਦੇ ਮੈਂਬਰਾਂ ਨੇ ਜਿਹੜੇ MP ਸੀ ਉਹਨਾਂ ਨੇ ਰਿਜ਼ਾਈਨ ਕਰਤਾ, ਅਤੇ ਟੋਟਲ ਨੰਬਰ 272 ਤੋਂ ਘੱਟ ਰਹਿ ਗਿਆ। ਐਟ ਪ੍ਰੈਜ਼ੈਂਟ ਕਿੰਨਾ? 303 ਹੈਗਾ, ਠੀਕ ਹੈ। ਜੇ 272 ਤੋਂ ਘੱਟ ਹੋ ਗਿਆ ਤਾਂ PM ਨੂੰ ਰਿਜ਼ਾਈਨ ਕਰਨਾ ਪਊਗਾ, PM ਨੂੰ ਰਿਜ਼ਾਈਨ ਕਰਨਾ ਪਊਗਾ, ਠੀਕ ਹੈ, ਉਸ ਟਾਈਮ 'ਤੇ। ਤਾਂ ਮਤਲਬ ਕੋਈ ਸਿਕਿਉਰਿਟੀ ਆਫ ਟੈਨਿਓਰ ਨਹੀਂ ਹੈਗੀ। ਇੱਕ ਤਾਂ ਹੁੰਦੀ ਹੈ 5 ਸਾਲ ਦੀ, ਠੀਕ ਹੈ, ਆਪਾਂ ਨੂੰ ਪਤਾ ਹੈ, ਬਟ 5 ਸਾਲ ਦੀ ਸਿਰਫ ਤਾਂ ਹੀ ਰਹੂਗੀ ਅਗਰ 272 ਤੋਂ ਪਲੱਸ ਨੰਬਰ ਰਹਿੰਦੇ ਨੇ, 5 ਸਾਲ। ਅਗਰ 272 ਤੋਂ ਘੱਟ MPs ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਪਊਗਾ, ਠੀਕ ਹੈ। ਤਾਂ ਕੋਈ ਸਿਕਿਉਰਿਟੀ ਆਫ ਟੈਨਿਓਰ ਨਹੀਂ ਹੈਗੀ, ਬਟ ਅਮਰੀਕਾ ਦੇ ਵਿੱਚ ਰਾਜੇ ਸਿਕਿਉਰਿਟੀ ਆਫ ਟੈਨਿਓਰ ਹੈਗੀ ਆ, ਠੀਕ ਹੈ। ਇਨ ਨੋਰਮਲ ਜਰਨਲ ਕੇਸਿਸ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਛੇਤੀ ਹਟਾਇਆ ਨਹੀਂ ਜਾ ਸਕਦਾ। ਪ੍ਰੈਜ਼ੀਡੈਂਟ ਉਹਨਾਂ ਦਾ ਬਹੁਤ ਪਾਵਰਫੁਲ ਇਸੇ ਕਰਕੇ ਹੈ ਕਿ ਉਹਦੇ ਕੋਲ ਸਿਕਿਉਰਿਟੀ ਆਫ ਟੈਨਿਓਰ ਹੈਗੀ, ਠੀਕ ਹੈ ਰਾਜੇ, ਸਿਕਿਉਰਿਟੀ ਆਫ ਟੈਨਿਓਰ ਹੈ। ਤਾਂ ਆਪਣਾ ਆਨਸਰ ਆਏਗਾ ਰਾਜੇ C, ਠੀਕ ਹੈ, ਕਿ ਪ੍ਰੈਜ਼ੀਡੈਂਟ ਕੋਲੇ ਸਿਕਿਉਰਿਟੀ ਆਫ ਟੈਨਿਓਰ ਹੈਗੀ ਹੈ, ਇਸੇ ਕਰਕੇ ਉਹਨਾਂ ਦਾ ਜਿਹੜਾ ਐਗਜ਼ੀਕਿਊਟਿਵ ਹੈ ਬਹੁਤ ਪਾਵਰਫੁਲ ਹੈ, ਪ੍ਰੈਜ਼ੀਡੈਂਟ ਬਹੁਤ ਪਾਵਰਫੁਲ ਹੈ। ਆਪਣੇ ਪ੍ਰਧਾਨ ਮੰਤਰੀ ਇੰਨਾ ਪਾਵਰਫੁਲ ਕਿਉਂ ਨਹੀਂ ਹੈਗਾ? ਕਿਉਂਕਿ ਉਹਨੂੰ ਡਰ ਹੈ ਵੀ ਮੈਨੂੰ ਹਟਾਇਆ ਜਾ ਸਕਦਾ ਹੈ, ਵੀ ਮੈਂ ਅਗਰ ਕੌਨਫੀਡੈਂਸ ਖੋਤਾ, ਅਗਰ ਮੇਰੇ MPs ਛੱਡ ਕੇ ਚਲੇ ਗਏ ਮੈਨੂੰ, ਤਾਂ ਮੈਨੂੰ ਹਟਾਇਆ ਜਾ ਸਕਦਾ ਹੈ, ਠੀਕ ਹੈ। ਤਾਂ ਇਸ ਕਰਕੇ ਜ਼ਿਆਦਾ ਸਟਰੋਂਗ ਨਹੀਂ ਹੈਗਾ, ਠੀਕ ਹੈ। ਹਾਂ ਪਾਵਰਫੁਲ ਹੈਗਾ ਬਟ ਇੰਨਾ ਨਹੀਂ ਹੈਗਾ ਜਿੰਨਾ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ। ਅਮਰੀਕਾ ਦਾ ਪ੍ਰੈਜ਼ੀਡੈਂਟ ਇਸੇ ਕਰਕੇ ਜ਼ਿਆਦਾ ਪਾਵਰਫੁਲ ਹੈ ਕਿ ਉਹਦੇ ਕੋਲ ਇੱਕ ਸਿਕਿਉਰਿਟੀ ਆਫ ਟੈਨਿਓਰ ਹੈ, ਵੀ 4 ਸਾਲ ਦੀ ਟਰਮ ਉਹ ਰਹੂਗਾ ਹੀ ਰਹੂਗਾ। ਜਿਹੜਾ ਇੰਪੀਚਮੈਂਟ ਵਾਲਾ ਪ੍ਰੋਸੈਸ ਹੈ ਬਹੁਤ ਹੀ ਔਖਾ ਹੈਗਾ, ਠੀਕ ਹੈ, ਤਾਂ ਉਹ ਜ਼ਿਆਦਾ ਚੱਕਰ 'ਚ ਨਹੀਂ ਪੈਂਦੇ ਆਪਾਂ, ਠੀਕ ਹੈ। ਹਾਂ ਇਹ ਵੀ ਆਪਸ਼ਨ ਹੈਗਾ ਬਟ ਸਟਿਲ ਆਪਣਾ ਆਨਸਰ ਆਏਗਾ ਰਾਜੇ ਇਟ ਐਨਜੋਇਜ਼ ਸਿਕਿਉਰਿਟੀ ਆਫ ਟੈਨਿਓਰ, ਠੀਕ ਹੈ ਜੀ। ਚਲੋ ਇਸੇ ਕਰਕੇ ਜਿਹੜਾ ਐਗਜ਼ੀਕਿਊਟਿਵ ਹੈ ਜ਼ਿਆਦਾ ਪਾਵਰਫੁਲ ਹੈ। ਕੌਨਸਟੀਟਿਊਸ਼ਨ ਆਫ ਇੰਡੀਆ ਬੋਰੋਡ ਦ ਸਕੀਮ ਆਫ ਇੰਡੀਅਨ ਫੈਡਰੇਸ਼ਨ। ਆਪਾਂ ਗੱਲ ਕਰਦੇ ਸੀ ਕਿ ਆਪਣਾ ਜਿਹੜਾ ਇੰਡੀਆ ਹੈ ਇੱਕ ਫੈਡਰਲ ਕੰਟਰੀ ਹੈ, ਠੀਕ ਹੈ, ਕੁਛ ਨਾ ਕੁਛ ਫੈਡਰਲ ਫੀਚਰ ਵੀ ਹੈਗੇ ਨੇ, ਕੁਛ ਯੂਨਿਟਰੀ ਫੀਚਰ ਵੀ ਹੈਗੇ ਨੇ ਇੰਡੀਆ ਦੇ ਵਿੱਚ। ਤਾਂ ਜਿਹੜੀ ਇਹ ਫੈਡਰੇਸ਼ਨ ਹੈ ਇੱਕ ਕੁਆਜ਼ਾਈ ਫੈਡਰਲ, ਜੀ ਆਪਣੇ ਇੱਕ ਵਰਡ ਆਉਂਦਾ ਰਾਜੇ ਕੁਆਜ਼ਾਈ ਫੈਡਰਲ, ਤੁਸੀਂ ਪੜ੍ਹਿਆ ਹੋਣਾ, ਜਾਂ ਫਿਰ ਕੋਆਪਰੇਟਿਵ ਫੈਡਰਲਿਜ਼ਮ, ਠੀਕ ਹੈ। ਤਾਂ ਜਿਹੜੀ ਇਹ ਵਾਲਾ ਜਿਹੜੀ ਮਿਕਸ ਜੀ ਫੈਡਰੇਸ਼ਨ ਹੈ ਰਾਜੇ, ਫੈਡਰਲਿਜ਼ਮ ਹੈਗੀ, ਇਹ ਅਸੀਂ ਕਿੱਥੋਂ ਬੋਰੋ ਕੀਤੀ ਹੈ ਸਕੀਮ? ਇਹ ਅਸੀਂ ਬੋਰੋ ਕੀਤੀ ਰਾਜੇ ਕੈਨੇਡਾ ਤੋਂ, ਠੀਕ ਹੈ, ਇਹਦਾ ਆਨਸਰ ਆਏਗਾ ਕੈਨੇਡਾ। ਬਿਕਾਜ਼ ਅਮਰੀਕਾ ਦੇ ਵਿੱਚ ਕੀ ਹੈ ਰਾਜੇ ਪਿਓਰ ਫੈਡਰਲਿਜ਼ਮ ਹੈਗੀ, ਠੀਕ ਹੈ, ਸਭ ਤੋਂ ਪਿਓਰ ਫੈਡਰਲਿਜ਼ਮ ਅਮਰੀਕਾ ਦੇ ਵਿੱਚ ਹੈਗੀ। ਸਾਡੇ ਦੇਸ਼ ਦੇ ਵਿੱਚ ਉਨੀ ਸਟਰੋਂਗ, ਉਨੀ ਵਧੀਆ ਫੈਡਰਲਿਜ਼ਮ ਨਹੀਂ ਹੈਗੀ। ਅਸੀਂ ਜਿਹੜੀ ਫੈਡਰਲਿਜ਼ਮ ਬੋਰੋ ਕੀਤੀ ਹੈ ਉਹ ਕੈਨੇਡਾ ਤੋਂ ਬੋਰੋ ਕੀਤੀ ਹੈ। ਐਗਜ਼ਾਮਪਲ ਕੀ ਹੈ, ਜਿਵੇਂ ਗੱਲ ਕਰੀਏ ਆਪਾਂ ਗਵਰਨਰ ਦੀ, ਕੈਨੇਡਾ ਦੇ ਵਿੱਚ ਵੀ ਜਿਹੜਾ ਗਵਰਨਰ ਹੈ ਸੈਂਟਰ ਹੀ ਅਪੋਇੰਟ ਕਰਦੀ ਹੈ, ਠੀਕ ਹੈ, ਕੈਨੇਡਾ ਵਿੱਚ ਵੀ। ਸਾਡੇ ਇੰਡੀਆ ਦੇ ਵਿੱਚ ਵੀ ਜਿਹੜੀ ਕੇਂਦਰ ਸਰਕਾਰ ਹੈ
ਉਹ ਸਾਡੇ ਸਟੇਟਸ ਦੇ ਵਿੱਚ ਗਵਰਨਰ ਭੇਜਦੀ ਹੈ ਅਪੋਇੰਟ ਕਰਕੇ, ਠੀਕ ਹੈ। ਤਾਂ ਸੇਮ ਚੀਜ਼ ਕੈਨੇਡਾ ਦੇ ਵਿੱਚ ਹੁੰਦੀ ਹੈ। ਅਗੇਨ ਇੱਕ ਹੋਰ ਚੀਜ਼ ਕੀ ਹੈ ਰਾਜੇ, ਕੈਨੇਡਾ ਦੇ ਵਿੱਚ ਵੀ ਜਿਹੜਾ ਸੈਂਟਰ ਸਰਕਾਰ ਹੈ ਉਹ ਜ਼ਿਆਦਾ ਸਟਰੋਂਗ ਹੈ ਕੰਪੇਅਰ ਟੂ ਸਟੇਟਸ, ਠੀਕ ਹੈ। ਇੰਡੀਆ ਦੇ ਵਿੱਚ ਵੀ ਇਹੀ ਚੀਜ਼ ਹੈ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਉਹ ਜ਼ਿਆਦਾ ਪਾਵਰਫੁਲ ਹੈ ਕੰਪੇਅਰ ਟੂ ਸਟੇਟਸ, ਠੀਕ ਹੈ। ਤਾਂ ਇਹ ਵਾਲੀ ਜਿਹੜੀ ਸਕੀਮ ਆਪਣੀ ਫੈਡਰਲਿਜ਼ਮ ਵਾਲੀ ਆਪਣੀ, ਉਹ ਆਪਾਂ ਨੇ ਕੈਨੇਡਾ ਤੋਂ ਬੋਰੋ ਕੀਤੀ ਹੈ ਜੀ, ਠੀਕ ਹੈ। ਅੱਗੇ ਤੋਂ ਯਾਦ ਰੱਖਣਾ। 15th ਕੁਐਸਚਨ ਰਾਜੇ, ਵਿਚ ਫੀਚਰਸ ਐਂਡ ਸੋਰਸਿਸ ਆਰ ਰੋਂਗਲੀ ਮੈਚਡ। ਬਹੁਤ ਇੰਪੋਰਟੈਂਟ ਕੁਐਸਚਨ ਰਾਜੇ, ਅਕਸਰ ਹੀ ਪੰਜਾਬ ਦੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਅਕਸਰ ਆਉਂਦਾ ਹੈਗਾ ਕਿ ਕਿਹੜੇ ਦੇਸ਼ ਦੇ ਵਿੱਚੋਂ, ਕਿਹੜੀ ਕੰਟਰੀ ਤੋਂ ਅਸੀਂ ਕਿਹੜਾ ਫੀਚਰ ਹੈ ਜਿਹੜਾ ਬੋਰੋ ਕੀਤਾ ਹੈਗਾ, ਠੀਕ ਹੈ। ਕੁਛ ਇੱਕ ਡਿਫਰੈਂਟ ਟੌਪਿਕ ਆਉਂਦਾ ਹੈਗਾ, ਮੈਂ ਪੜ੍ਹਾਉਣਾ ਹੁੰਦਾ, ਠੀਕ ਹੈ, ਪੜ੍ਹਦੇ ਹੁੰਦੇ ਆਪਾਂ ਕਿ ਜਿਹੜੇ ਕੰਟਰੀ ਤੋਂ ਅਸੀਂ ਡਿਫਰੈਂਟ ਫੀਚਰਸ ਬੋਰੋ ਕੀਤੇ ਨੇ, ਠੀਕ ਹੈ। ਤਾਂ ਇੰਪੋਰਟੈਂਟ ਟੌਪਿਕ ਹੈ, ਪੜ੍ਹ ਲੈਣਾ ਤੁਸੀਂ ਪਲੀਜ਼, ਠੀਕ ਹੈ। ਇੱਥੇ ਆਪਾਂ ਕੁਐਸਚਨ ਦੇਖਦੇ ਹਾਂ, ਨੀਚੇ ਸਟਾਰਟ ਕਰਦੇ ਹਾਂ ਰਾਜੇ। ਫੰਡਾਮੈਂਟਲ ਰਾਈਟਸ USA ਤੋਂ, ਬਿਲਕੁਲ ਠੀਕ ਹੈ ਰਾਜੇ ਕਿ ਅਸੀਂ ਫੰਡਾਮੈਂਟਲ ਰਾਈਟਸ ਅਮਰੀਕਾ ਤੋਂ ਬੋਰੋ ਕੀਤੇ ਨੇ। ਡਾਇਰੈਕਟਿਵ ਪ੍ਰਿੰਸੀਪਲਸ ਅਸੀਂ ਇਰਿਸ਼ ਯਾਨੀ ਕਿ ਆਇਰਲੈਂਡ ਤੋਂ ਬੋਰੋ ਕੀਤੇ ਨੇ, ਇਹ ਵੀ ਬਿਲਕੁਲ ਠੀਕ ਹੈ। ਕੌਨਕਰੈਂਟ ਲਿਸਟ ਰਾਜੇ, ਜਿਹੜੀ ਮੈਂ ਤੁਹਾਨੂੰ ਕਿਹਾ ਸੀ 7th ਸ਼ਡਿਊਲ ਦੇ ਵਿੱਚ 3 ਲਿਸਟ ਹੁੰਦੀਆਂ ਨੇ, ਯੂਨੀਅਨ, ਸਟੇਟ ਅਤੇ ਕੌਨਕਰੈਂਟ। ਜਿਹੜੀ ਇਹ 3rd ਲਿਸਟ ਹੈ ਰਾਜੇ, ਇਹ ਅਸੀਂ ਆਸਟ੍ਰੇਲੀਆ ਤੋਂ ਬੋਰੋ ਕੀਤੀ ਹੈਗੀ, ਠੀਕ ਹੈ। ਇਹ ਵੀ ਬਿਲਕੁਲ ਠੀਕ ਹੈ ਜੀ। 4th ਆਪਸ਼ਨ ਦੇਖਿਆ ਰਾਜੇ, A ਆਪਸ਼ਨ ਜੁਡੀਸ਼ੀਅਲ ਰਿਵਿਊ, ਇਹ ਰਾਜੇ ਬ੍ਰਿਟੇਨ ਤੋਂ ਨਹੀਂ, ਇਹ ਗਲਤ ਹੈ, ਅਸੀਂ ਇਹ ਵੀ ਅਮਰੀਕਾ ਤੋਂ ਬੋਰੋ ਕੀਤਾ। ਜਿਵੇਂ ਸਾਡੇ PIL ਦੀ ਗੱਲ ਕੀਤੀ ਸੀ ਆਪਾਂ ਨੇ, PIL ਵੀ ਜੁਡੀਸ਼ਰੀ ਦੇ ਨਾਲ ਰਿਲੇਟਡ ਹੈਗਾ, ਠੀਕ ਹੈ। ਅਤੇ ਇਹ ਵੀ ਅਸੀਂ ਅਮਰੀਕਾ ਤੋਂ ਬੋਰੋ ਕੀਤਾ PIL, ਅਤੇ ਜੁਡੀਸ਼ੀਅਲ ਰਿਵਿਊ ਵੀ ਅਸੀਂ ਅਮਰੀਕਾ ਤੋਂ ਹੀ ਬੋਰੋ ਕੀਤਾ, ਠੀਕ ਹੈ। ਧਿਆਨ ਰੱਖਣਾ ਰਾਜੇ, ਬ੍ਰਿਟੇਨ ਤੋਂ ਨਹੀਂ, ਅਮਰੀਕਾ ਤੋਂ ਬੋਰੋ ਕੀਤਾ ਸੀ, ਠੀਕ ਹੈ, ਜੁਡੀਸ਼ੀਅਲ ਰਿਵਿਊ। ਚਲੋ ਠੀਕ ਹੈ ਜੀ। ਤਾਂ ਕੀ ਪੁੱਛਿਆ ਸੀ, ਰੋਂਗਲੀ ਮੈਚਡ, ਤਾਂ ਆਪਣਾ ਆਨਸਰ ਆਏਗਾ ਰਾਜੇ A, ਜੁਡੀਸ਼ੀਅਲ ਰਿਵਿਊ ਅਸੀਂ ਅਮਰੀਕਾ ਤੋਂ ਬੋਰੋ ਕੀਤਾ, ਨਾ ਕਿ ਬ੍ਰਿਟੇਨ ਤੋਂ, ਠੀਕ ਹੈ ਜੀ। ਤਾਂ ਪਹਿਲਾ ਆਪਸ਼ਨ ਬਿਲਕੁਲ ਗਲਤ ਹੈਗਾ, ਇਹ ਆਪਣਾ ਆਨਸਰ ਆਏਗਾ। who wrote the book the story of integration of Indian states। ਤੁਹਾਨੂੰ ਪਤਾ ਰਾਜੇ, ਆਜ਼ਾਦੀ ਤੋਂ ਬਾਅਦ, ਇੰਡੀਪੈਂਡੈਂਸ ਤੋਂ ਬਾਅਦ ਸਾਡਾ ਦੇਸ਼, ਮਤਲਬ ਜਾਂ ਫਿਰ ਇੰਡੀਪੈਂਡੈਂਸ ਦੇ ਨੇੜੇ ਤੇੜੇ ਸਾਡਾ ਦੇਸ਼ ਕਾਫੀ ਟੁਕੜਿਆਂ ਦੇ ਵਿੱਚ ਟੁੱਟਿਆ ਹੋਇਆ ਸੀਗਾ। ਛੋਟੇ ਰਾਜੇ ਰਜਵਾੜੇ ਸੀਗੇ, ਛੋਟੀਆਂ ਰਿਆਸਤਾਂ ਸੀਗੀਆਂ, ਠੀਕ ਹੈ। ਸਰਦਾਰ ਪਟੇਲ ਦੀ ਤੁਹਾਨੂੰ ਕੰਟਰੀਬਿਊਸ਼ਨ ਪਤਾ ਹੈ ਕਿ ਸਾਰੀਆਂ ਸਟੇਟਸ ਨੂੰ ਇਕੱਠਾ ਕਰਕੇ ਇੱਕ ਇੰਟੀਗਰਲ ਇੰਡੀਆ ਬਣਾਇਆ ਸੀਗਾ, ਇੱਕ ਵੱਡਾ ਸਟੇਟ ਬਣਾਇਆ ਸੀ, ਇੰਡੀਆ ਸਟੇਟ, ਠੀਕ ਹੈ। ਤਾਂ ਇਹ ਸਰਦਾਰ ਪਟੇਲ ਨੇ ਬਣਾਇਆ ਸਾਰਾ ਕੁਛ। ਹੁਣ ਇਹੀ ਸਰਦਾਰ ਪਟੇਲ ਦੀ ਜਿਹੜੀ ਜਰਨੀ ਸੀਗੀ, ਠੀਕ ਹੈ, ਇਹ ਸਾਰਾ ਕੁਛ ਇੱਕ ਬੁੱਕ ਫਾਰਮ ਦੇ ਵਿੱਚ ਅਵੇਲੇਬਲ ਹੈ। ਉਹ ਬੁੱਕ ਹੈਗੀ ਸਟੋਰੀ ਆਫ ਇੰਟੀਗ੍ਰੇਸ਼ਨ ਆਫ ਇੰਡੀਅਨ ਸਟੇਟਸ। ਵੀ ਸਰਦਾਰ ਪਟੇਲ ਨੇ ਕਿਹੋ ਜਿਹੇ ਮੈਕੈਨਿਜ਼ਮ ਯੂਜ਼ ਕੀਤੇ, ਕਿਹੋ ਜਿਹੇ ਜਿਹੜੇ ਕੀ ਹੈ ਹਥਕੰਡੇ ਅਪਣਾਏ, ਠੀਕ ਹੈ, ਮੈਕੈਨਿਜ਼ਮ ਅਪਣਾਏ ਤਾਂ ਕਿ ਇੱਕ ਸਟਰੋਂਗ ਇੰਡੀਅਨ ਸਟੇਟ ਐਮਰਜ ਹੋਵੇ, ਠੀਕ ਹੈ। ਤਾਂ ਇਹ ਸਾਰਾ ਕੁਛ ਇੱਕ ਬੁੱਕ ਫਾਰਮ ਦੇ ਵਿੱਚ ਲਿਖਿਆ ਗਿਆ। ਕਿਹੜੀ ਬੁੱਕ, ਕਿਹਨੇ ਲਿਖੀ ਸੀ ਰਾਜੇ ਬੁੱਕ? ਇਹ ਬੁੱਕ ਲਿਖੀ ਹੈ ਰਾਜੇ VP ਮੈਨਨ ਸਾਹਿਬ ਨੇ, ਠੀਕ ਹੈ। ਸਰਕਾਰ ਦੇ ਸੈਕਟਰੀ ਸੀਗੇ ਇਹ, ਸਰਦਾਰ ਪਟੇਲ ਦੇ ਅੰਡਰ ਹੀ ਸੀਗੇ। ਤਾਂ ਇਹ VP ਮੈਨਨ ਨੇ ਜਿਹੜਾ ਕੀ ਹੈ ਇਹ ਬੁੱਕ ਲਿਖੀ ਹੈ, ਦ ਸਟੋਰੀ ਆਫ ਇੰਟੀਗ੍ਰੇਸ਼ਨ ਆਫ ਇੰਡੀਅਨ ਸਟੇਟਸ। ਬਿਕਾਜ਼ ਫਸਟ ਹੈਂਡ ਐਕਸਪੀਰੀਅੰਸ ਸੀ ਰਾਜੇ, ਸਰਦਾਰ ਪਟੇਲ ਨਾਲ ਹੀ ਕੰਮ ਕੀਤਾ ਹੈ ਅਤੇ ਉਹਨਾਂ ਨਾਲ ਸਾਰਾ ਕੁਛ ਐਕਸਪੀਰੀਅੰਸ ਸ਼ੇਅਰ ਕੀਤਾ ਹੈਗਾ। ਤਾਂ ਇਹਨਾਂ ਦੀ ਵੀ ਬੜੀ ਕੰਟਰੀਬਿਊਸ਼ਨ ਰਹੀ ਹੈ। ਤਾਂ ਇਹਨਾਂ ਨੇ ਹੀ ਬੁੱਕ ਲਿਖੀ ਹੈ ਸਟੋਰੀ ਆਫ ਇੰਟੀਗ੍ਰੇਸ਼ਨ ਆਫ ਇੰਡੀਅਨ ਸਟੇਟਸ, ਠੀਕ ਹੈ। BN ਰਾਓ ਕੌਣ ਸੀ ਰਾਜੇ? ਸਾਡੇ ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀਗੇ, ਕੌਂਸਟੀਟਿਊਸ਼ਨਲ ਐਡਵਾਈਜ਼ਰ, ਠੀਕ ਹੈ, ਜਦੋਂ ਸਾਡੀ ਕੌਂਸਟੀਟਿਊਂਟ ਅਸੈਂਬਲੀ ਬਣੀ ਸੀ, ਠੀਕ ਹੈ। ਤਾਂ ਇਹ ਆਪਣੇ ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀਗੇ, ਕੌਣ? BN ਰਾਓ। ਬੁੱਕ ਆਪਣਾ ਇਸ ਕੁਐਸਚਨ ਦਾ ਆਨਸਰ ਕੀ ਹੈ ਰਾਜੇ? D, VP ਮੈਨਨ ਸਾਹਿਬ। 16 ਹੋ ਗਏ ਜੀ। 17th ਕੁਐਸਚਨ ਦੇਖੀਏ ਆਪਾਂ, ਈਜ਼ੀ ਕੁਐਸਚਨ ਹੈ ਰਾਜੇ, ਠੀਕ ਹੈ, ਕੋਈ ਇਸ ਵਿੱਚ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ। ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦੇ ਰਾਸ਼ਟਰਪਤੀ ਕੀ ਨੇਗੇ? ਹੈਡ ਆਫ ਸਟੇਟ, ਹੈਡ ਆਫ ਗਵਰਨਮੈਂਟ, ਬੋਥ ਹੈਡ ਆਫ ਸਟੇਟ, ਹੈਡ ਆਫ ਗਵਰਨਮੈਂਟ, ਜਾਂ ਨਨ ਆਫ ਦਾ ਅਬਵ। ਤਾਂ ਆਪਣਾ ਆਨਸਰ ਆਏਗਾ ਰਾਜੇ ਪ੍ਰੈਜ਼ੀਡੈਂਟ ਆਪਣੇ ਹੈਡ ਆਫ ਅ ਸਟੇਟ ਨੇਗੇ, ਠੀਕ ਹੈ। ਹੈਡ ਆਫ ਸਟੇਟ ਇੱਕ ਨੋਮੀਨਲ ਪੋਜੀਸ਼ਨ ਹੈਗੀ, ਆਪਾਂ ਨੂੰ ਪਤਾ ਹੈ, ਨੋਮੀਨਲ ਡੀ ਜੀਰੇ ਇਹ ਵਰਡ ਯੂਜ਼ ਕਰਦੇ ਆਪਾਂ ਕਿ ਪ੍ਰੈਜ਼ੀਡੈਂਟ ਆਪਣੇ ਇੱਕ ਡੀ ਜੂਰੇ ਐਗਜ਼ੀਕਿਊਟਿਵ ਨੇਗੇ, ਠੀਕ ਹੈ। ਅਤੇ ਹੈਡ ਆਫ ਸਰਕਾਰ ਕੌਣ ਨੇ ਰਾਜੇ? ਹੈਡ ਆਫ ਗਵਰਨਮੈਂਟ ਕੌਣ ਨੇ? PM ਨੇ ਸਾਡੇ, ਜਿਹੜੇ ਕਿ ਡੀ ਫੈਕਟੋ ਜਾਂ ਫਿਰ ਰੀਅਲ ਐਗਜ਼ੀਕਿਊਟਿਵ ਨੇਗੇ। ਅਸਲੀ ਪਾਵਰ ਤਾਂ PM ਕੋਲ ਹੀ ਹੁੰਦੀ ਹੈ। ਪ੍ਰੈਜ਼ੀਡੈਂਟ ਕੋਲ ਸਿਰਫ ਨੋਮੀਨਲ ਪਾਵਰ ਹੈਗੀ, ਸਿਰਫ ਨਾਮ ਦੀ, ਸਿਰਫ ਸਾਈਨ ਕਰਨੇ, ਠੀਕ ਹੈ। ਇਸ ਕਰਕੇ ਇਹ ਹੈਡ ਆਫ ਦਾ ਸਟੇਟ ਕਹਿੰਦੇ ਆਪਾਂ ਪ੍ਰੈਜ਼ੀਡੈਂਟ ਨੂੰ, ਅਤੇ ਸਰਕਾਰ ਦੇ ਹੈਡ ਕੌਣ ਨੇ? PM ਨੇਗੇ, ਠੀਕ ਹੈ ਜੀ। ਕਲੀਅਰ ਹੈਗਾ। ਅਮਰੀਕਾ ਦੇ ਵਿੱਚ ਕੀ ਹੈ ਰਾਜੇ, ਜਿਹੜਾ ਕੀ ਹੈ ਇੱਕੋ ਪ੍ਰੈਜ਼ੀਡੈਂਟ, ਇਹ ਬੋਥ ਹੈਡ ਆਫ ਦਾ ਸਟੇਟ ਹੈਗਾ ਅਤੇ ਬੋਥ ਹੈਡ ਆਫ ਗਵਰਨਮੈਂਟ ਵੀ ਹੈਗਾ, ਠੀਕ ਹੈ। ਹੈਡ ਆਫ ਸਟੇਟ ਵੀ ਉਹੀ ਬੰਦਾ ਹੈ, ਹੈਡ ਆਫ ਗਵਰਨਮੈਂਟ ਵੀ ਉਹ ਬੰਦਾ, ਕਿੱਥੇ? ਅਮਰੀਕਾ ਦੇ ਵਿੱਚ। ਬਟ ਸਾਡੇ ਦੇਸ਼ ਦੇ ਵਿੱਚ ਰਾਜੇ ਹੈਡ ਆਫ ਸਟੇਟ ਕੌਣ ਹੈ? ਪ੍ਰੈਜ਼ੀਡੈਂਟ ਹੈ ਸਾਡਾ, ਹੈਡ ਆਫ ਗਵਰਨਮੈਂਟ ਕੌਣ ਹੈ? PM ਹੈ। ਅਮਰੀਕਾ ਦੇ ਵਿੱਚ ਦੋਨੋਂ ਬੰਦੇ ਸੇਮ ਨੇਗੇ, ਠੀਕ ਹੈ ਜੀ, ਧਿਆਨ ਰੱਖਣਾ। 18th ਕੁਐਸਚਨ ਰਾਜੇ, ਫੰਡਾਮੈਂਟਲ ਡਿਊਟੀਜ਼ ਆਫ ਸਿਟੀਜ਼ਨ ਡਜ਼ ਨੋਟ ਇੰਕਲੂਡ। ਸਾਨੂੰ ਪਤਾ ਰਾਜੇ ਸਾਡੇ ਪਾਰਟ 4A ਦੇ ਵਿੱਚ ਐਡ ਹੋਈਆਂ ਨੇਗੀਆਂ ਫੰਡਾਮੈਂਟਲ ਡਿਊਟੀਜ਼, ਪਾਰਟ 4A 42nd ਅਮੈਂਡਮੈਂਟ ਦੇ ਨਾਲ ਐਡ ਹੋਈਆਂ ਰਾਜੇ 1976, ਠੀਕ ਹੈ ਜੀ, ਆਪਾਂ ਨੂੰ ਪਤਾ ਹੈ। ਸਵਰਨ ਸਿੰਘ ਕਮੇਟੀ ਨੇ ਜਿਹੜੀਆਂ ਕੀ ਹੈ ਇਹ ਰეკਮੈਂਡ ਕੀਤੀਆਂ ਸੀਗੀਆਂ, ਸਵਰਨ ਸਿੰਘ ਕਮੇਟੀ, ਠੀਕ ਹੈ। ਐਮਰਜੈਂਸੀ ਦੇ ਟਾਈਮ 'ਤੇ ਅਸੀਂ ਐਡ ਕੀਤੀਆਂ ਨੇਗੀਆਂ। 42nd ਅਮੈਂਡਮੈਂਟ ਨੂੰ ਅਸੀਂ ਮਿਨੀ ਕੌਂਸਟੀਟਿਊਸ਼ਨ ਵੀ ਕਹਿ ਦਿੰਦੇ, ਇਹ ਵੀ ਤੁਹਾਨੂੰ ਪਤਾ ਹੋਊਗਾ, ਹੈ ਨਾ। ਤਾਂ ਪਾਰਟ 4A ਦੇ ਵਿੱਚ ਐਡ ਹੋਇਆ ਰਾਜੇ
ਪਾਰਟ 4A ਦੇ ਵਿੱਚ ਐਡ ਹੋਈਆਂ ਨੇ ਫੰਡਾਮੈਂਟਲ ਡਿਊਟੀਜ਼, ਠੀਕ ਹੈ, ਇਹ ਆਪਾਂ ਨੂੰ ਪਤਾ ਹੈ। ਆਰਟੀਕਲ ਕਿਹੜਾ ਰਾਜੇ? ਆਰਟੀਕਲ 51A ਆਰਟੀਕਲ ਹੈ ਫੰਡਾਮੈਂਟਲ ਡਿਊਟੀਜ਼ ਦਾ, ਠੀਕ ਹੈ ਜੀ। ਜੇ ਗੱਲ ਕਰੀਏ ਰਾਜੇ, ਹੁਣ ਇਹ ਕੁਐਸਚਨ ਕੀ ਪੁੱਛ ਰਿਹਾ ਰਾਜੇ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਆਪਣਾ ਜਿਹੜਾ ਫੰਡਾਮੈਂਟਲ ਡਿਊਟੀਜ਼ ਦਾ ਪਾਰਟ ਕਿਹੜਾ ਨਹੀਂ ਹੈਗਾ, ਵਿਚ ਦ ਫੋਲੋਇੰਗ ਫੰਡਾਮੈਂਟਲ ਡਿਊਟੀਜ਼ ਆ ਕਿਹੜੇ ਇਹਨਾਂ ਦੇ ਵਿੱਚੋਂ ਕਿਹੜੀ ਫੰਡਾਮੈਂਟਲ ਡਿਊਟੀ ਨਹੀਂ ਹੈਗੀ, ਠੀਕ ਹੈ। ਤਾਂ ਦੇਖ ਲੈਂਦੇ ਆਪਾਂ। ਰਿਸਪੈਕਟ ਫॉर ਕੌਨਸਟੀਟਿਊਸ਼ਨ, ਨੈਸ਼ਨਲ ਫਲੈਗ, ਨੈਸ਼ਨਲ ਐਂਥਮ, ਕੀ ਇਹ ਸਾਡੀ ਫੰਡਾਮੈਂਟਲ ਡਿਊਟੀ ਹੈਗੀ ਹੈ? ਬਿਲਕੁਲ ਹੈਗੀ ਹੈ ਰਾਜੇ, ਇਹ ਸਾਡੀ ਫੰਡਾਮੈਂਟਲ ਡਿਊਟੀ ਹੈਗੀ ਹੈ। ਟੂ ਡਿਵੈਲਪ ਸਾਇੰਟੀਫਿਕ ਟੈਂਪਰ, ਇਹ ਵੀ ਸਾਡੀ ਫੰਡਾਮੈਂਟਲ ਡਿਊਟੀ ਹੈਗੀ ਹੈ ਰਾਜੇ। ਰਿਸਪੈਕਟ ਫॉर ਗਵਰਨਮੈਂਟ, ਨਹੀਂ, ਇਹ ਬਿਲਕੁਲ ਵੀ ਕੋਈ ਫੰਡਾਮੈਂਟਲ ਡਿਊਟੀ ਨਹੀਂ ਹੈਗੀ, ਇਹ ਨਹੀਂ ਹੈਗੀ ਰਾਜੇ। ਤਾਂ ਆਪਣਾ ਆਨਸਰ ਰਾਜੇ ਸੀ ਆਏਗਾ ਕਿ ਰਿਸਪੈਕਟ ਫॉर ਗਵਰਨਮੈਂਟ ਇਟਸ ਨਥਿੰਗ ਲਾਈਕ ਫੰਡਾਮੈਂਟਲ ਡਿਊਟੀ, ਠੀਕ ਹੈ। ਇਹ ਕੋਈ ਸਾਡੀ ਪਾਰਟ 4A ਦੇ ਵਿੱਚ ਨਹੀਂ ਲਿਖਿਆ, ਆਰਟੀਕਲ 51A ਦੇ ਵਿੱਚ ਨਹੀਂ ਲਿਖਿਆ ਹੋਇਆ। ਰਿਸਪੈਕਟ ਫॉर ਗਵਰਨਮੈਂਟ ਇਜ਼ ਨੋਟ ਅ ਫੰਡਾਮੈਂਟਲ ਡਿਊਟੀ ਟੂ ਪ੍ਰੋਟੈਕਟ ਵਾਈਲਡ ਲਾਈਫ, ਬਿਲਕੁਲ ਰਾਜੇ, ਇਹ ਬਿਲਕੁਲ ਸਾਡੀ ਫੰਡਾਮੈਂਟਲ ਡਿਊਟੀ ਹੈਗੀ ਹੈ, ਠੀਕ ਹੈ। ਇਹ ਬਾਅਦ ਦੇ ਵਿੱਚ ਐਡ ਹੋਇਆ ਸੀਗਾ, ਠੀਕ ਹੈ ਜੀ। ਹਾਂ ਬਿਲਕੁਲ ਠੀਕ ਹੈ ਜੀ, ਸਾਰਾ ਕੁਛ ਇਹ ਰਿਸਪੈਕਟ ਫॉर ਕੌਨਸਟੀਟਿਊਸ਼ਨ ਵੀ ਹੈਗਾ, ਸਾਇੰਟੀਫਿਕ ਟੈਂਪਰ ਵੀ ਹੈਗਾ, ਤੇ ਵਾਈਲਡ ਲਾਈਫ ਦੀ ਪ੍ਰੋਟੈਕਸ਼ਨ ਵੀ ਫੰਡਾਮੈਂਟਲ ਡਿਊਟੀ ਹੈਗੀ ਹੈ। ਰਿਸਪੈਕਟ ਫॉर ਗਵਰਨਮੈਂਟ ਇਜ਼ ਨੋਟ ਅ ਫੰਡਾਮੈਂਟਲ ਡਿਊਟੀ, ਠੀਕ ਹੈ ਜੀ। ਚਲੋ 19ਵਾਂ ਕੁਐਸਚਨ ਦੇਖੀਏ ਰਾਜੇ। ਦ ਮੈਂਬਰਸ ਆਫ ਰਾਜ ਸਭਾ ਆਰ ਇਲੈਕਟਡ ਫॉर ਅ ਟਰਮ, ਠੀਕ ਹੈ। ਰਾਜੇ ਜੇ ਲੋਕ ਸਭਾ ਦੀ ਗੱਲ ਕਰੀਏ ਤਾਂ ਲੋਕ ਸਭਾ ਦੀ ਟਰਮ ਕਿੰਨੀ ਹੁੰਦੀ ਹੈ? 5 ਸਾਲ ਦੀ ਹੁੰਦੀ ਹੈ, ਠੀਕ ਹੈ। ਬਟ ਰਾਜ ਸਭਾ ਦੇ ਮੈਂਬਰਸ ਦੀ ਗੱਲ ਕਰੀਏ ਆਪਾਂ, ਮੈਂਬਰਸ ਆਫ ਰਾਜ ਸਭਾ, ਇਹਨਾਂ ਦੀ ਇੱਕ ਟਰਮ ਲਿਮਿਟਡ ਹੁੰਦੀ ਹੈਗੀ 6 ਈਅਰ ਦੀ। ਤੇ ਆਪਣਾ ਆਨਸਰ ਆਏਗਾ ਰਾਜੇ ਇਹ ਕਿ ਰਾਜ ਸਭਾ ਦੇ ਮੈਂਬਰਸ ਦੀ ਜਿਹੜੀ ਟਰਮ ਹੈਗੀ ਉਹ 6 ਈਅਰ ਹੁੰਦੀ ਹੈ ਰਾਜੇ, ਠੀਕ ਹੈ। ਇਹ ਤੁਸੀਂ ਕੁਐਸਚਨ ਨੋਟ ਕਰ ਲਓ, 6 ਸਾਲਾਂ ਦੀ ਟਰਮ ਹੁੰਦੀ ਹੈ ਹਰ ਰਾਜ ਸਭਾ ਦੇ ਮੈਂਬਰ ਦੀ, ਠੀਕ ਹੈ। ਰਾਜ ਸਭਾ ਦੀ ਆਪਦੀ ਟਰਮ ਨਹੀਂ ਹੁੰਦੀ ਹੈਗੀ, ਠੀਕ ਹੈ। ਆਪ ਤਾਂ ਇਹ ਇੱਕ ਮਤਲਬ ਕੀ ਹੈ, ਪਰਮਾਨੈਂਟ ਹਾਊਸ ਹੈਗਾ, ਤਾਂ ਮਤਲਬ ਇਹ ਤਾਂ ਡਿਜ਼ੋਲਵ ਹੁੰਦਾ ਹੀ ਨਹੀਂ ਕਦੇ, ਇਹ ਤਾਂ ਪਰਮਾਨੈਂਟ ਹੈਗਾ। ਇਹਦੀ ਆਪਦੀ ਟਰਮ ਨਹੀਂ ਹੈਗੀ ਰਾਜ ਸਭਾ ਦੀ ਐਜ਼ ਅ ਹਾਊਸ, ਇੱਕ ਹਾਊਸ ਦੇ ਤੌਰ 'ਤੇ ਕੋਈ ਟਰਮ ਨਹੀਂ ਹੈਗੀ। ਬਟ ਮੈਂਬਰਸ ਦੀ, ਇਹਦੇ ਵਿੱਚ ਜਿਹੜੇ ਮੈਂਬਰਸ ਨੇ ਉਹਨਾਂ ਦੀ ਟਰਮ ਹੈਗੀ ਹੈ, ਠੀਕ ਹੈ। ਜੇ ਲੋਕ ਸਭਾ ਦੀ ਗੱਲ ਕਰੀਏ ਆਪਾਂ ਤਾਂ ਲੋਕ ਸਭਾ ਦੀ ਹਾਊਸ ਦੀ ਵੀ ਟਰਮ ਹੈ, ਲੋਕ ਸਭਾ ਦੀ ਪੂਰੇ ਦੇ ਪੂਰੇ ਹਾਊਸ ਦੀ ਟਰਮ ਹੈਗੀ ਉਹ 5 ਸਾਲ ਹੈਗੀ ਮੈਕਸਿਮਮ, ਠੀਕ ਹੈ। ਰਾਜ ਸਭਾ ਦੇ ਹਾਊਸ ਦੀ ਕੋਈ ਟਰਮ ਨਹੀਂ, ਹਾਊਸ ਪਰਮਾਨੈਂਟ ਹੈ, ਬਟ ਮੈਂਬਰਸ ਦੀ ਟਰਮ ਹੈ ਉਹ ਹੈਗੀ ਹੈ 6 ਸਾਲ, ਠੀਕ ਹੈ ਜੀ। ਆਈ ਹੋਪ ਕਲੀਅਰ ਹੈ ਰਾਜੇ। ਅੱਜ ਦਾ ਲਾਸਟ ਕੁਐਸਚਨ ਆਪਣਾ 20th ਕੁਐਸਚਨ ਹੈਗਾ, ਠੀਕ ਹੈ। ਗ੍ਰਾਂਟਸ ਇਨ ਏਡ ਆਰ ਪ੍ਰੋਵਾਈਡਡ ਐਵਰੀ ਈਅਰ ਟੂ ਸਚ ਸਟੇਟ ਐਜ਼ ਆਰ ਇਨ ਨੀਡ ਆਫ ਅਸਿਸਟੈਂਸ ਐਜ਼ ਡਿਟਰਮਿੰਡ ਬਾਈ, ਰਾਜੇ ਸੈਂਟਰ ਤੋਂ ਕੁਝ ਗ੍ਰਾਂਟਸ ਹੋ ਜਾਂਦੀਆਂ ਨੇ ਰਾਜੇ ਸਟੇਟਸ ਨੂੰ, ਗ੍ਰਾਂਟਸ ਇਨ ਏਡ ਕਹਿੰਦੇ ਨੇ ਆਪਾਂ ਉਹਨੂੰ, ਠੀਕ ਹੈ। ਤਾਂ ਇਹ ਜਿਹੜੀ ਡਿਸਾਈਡ ਕੌਣ ਕਰਦਾ ਹੈਗਾ, ਰეკਮੈਂਡ ਕੌਣ ਕਰਦਾ ਸਰਕਾਰ ਨੂੰ ਵੀ ਕਿੰਨੇ ਪੈਸੇ ਕਿਸੇ ਸਟੇਟ ਨੂੰ ਦੇਣੇ ਨੇਗੇ, ਠੀਕ ਹੈ। ਹਰ ਇੱਕ ਸਟੇਟ ਨੂੰ ਕਿੰਨੇ ਪੈਸੇ ਦੇਣੇ ਨੇ, ਇਹ ਸੈਂਟਰ ਨੂੰ ਕੌਣ ਦੇਖ ਕੇ ਦੱਸਦਾ, ਕੌਣ ਰეკਮੈਂਡ ਕਰਦਾ ਰਾਜੇ, ਕਿਹੜੀ ਬੋਡੀ ਕਰਦੀ ਹੈ? ਤਾਂ ਉਹਦਾ ਆਨਸਰ ਆਏਗਾ ਰਾਜੇ ਫਾਈਨਾਂਸ ਕਮਿਸ਼ਨ। ਫਾਈਨਾਂਸ ਕਮਿਸ਼ਨ ਰეკਮੈਂਡ ਕਰਦੀ ਹੈ ਸਰਕਾਰ ਨੂੰ ਵੀ ਕਿਹੜੀ ਸਟੇਟ ਨੂੰ ਕਿੰਨੀ ਗ੍ਰਾਂਟਸ ਦੇਣੀ ਹੈ, ਠੀਕ ਹੈ। ਤਾਂ ਇਹਦਾ ਆਨਸਰ ਆਏਗਾ ਰਾਜੇ ਫਾਈਨਾਂਸ ਕਮਿਸ਼ਨ, ਠੀਕ ਹੈ ਜੀ। ਆਪਣੀ ਜਿਹੜੀ ਗ੍ਰਾਂਟਸ ਇਨ ਏਡ ਨੇਗੀਆਂ ਹਰ ਇੱਕ ਸਟੇਟਸ ਨੂੰ ਫਾਈਨਾਂਸ ਕਮਿਸ਼ਨ ਦੀ ਰეკਮੈਂਡੇਸ਼ਨ ਨਾਲ ਹੀ ਆਪਾਂ ਜਿਹੜਾ ਸੈਂਟਰ ਹੈ ਉਹ ਦਿੰਦਾ, ਠੀਕ ਹੈ। ਫਾਈਨਾਂਸ ਕਮਿਸ਼ਨ ਸੈਂਟਰ ਨੂੰ ਰეკਮੈਂਡ ਕਰਦਾ ਹੈ ਵੀ ਕਿਹੜੀ ਸਟੇਟ ਨੂੰ ਕਿੰਨੇ ਪੈਸੇ ਦੇਣੇ, ਕਿੰਨੀ ਗ੍ਰਾਂਟਸ ਦੇਣੀ ਹੈ, ਠੀਕ ਹੈ ਜੀ। ਇਹੀ ਕੁਐਸਚਨ ਪੁੱਛ ਰਿਹਾ ਆਪਣਾ। ਇਹਦਾ ਆਰਟੀਕਲ ਕਿਹੜਾ ਰਾਜੇ? ਫਾਈਨਾਂਸ ਕਮਿਸ਼ਨ ਦਾ ਆਰਟੀਕਲ 280, ਬਹੁਤ ਇੰਪੋਰਟੈਂਟ ਆਰਟੀਕਲ ਹੈ ਰਾਜੇ। ਆਰਟੀਕਲ 280 ਦੇ ਵਿੱਚ ਸਾਡੀ ਫਾਈਨਾਂਸ ਕਮਿਸ਼ਨ ਹੈ, ਹਰ 5 ਸਾਲ ਬਾਅਦ ਜਿਹੜੀ ਕੀ ਇਹ ਐਸਟੈਬਲਿਸ਼ ਕੀਤੀ ਜਾਂਦੀ ਹੈ, ਅਪਾਇੰਟ ਕੀਤੀ ਜਾਂਦੀ ਹੈ, ਠੀਕ ਹੈ। ਹੁਣੀ ਰੀਸੈਂਟਲੀ ਵੀ ਜਿਹੜੀ ਕੀ ਹੈ ਨਵੀਂ ਅਸੀਂ ਅਪਾਇੰਟ ਕੀਤੀ ਹੈ 15th ਫਾਈਨਾਂਸ ਕਮਿਸ਼ਨ, ਠੀਕ ਹੈ ਜੀ। NK ਸਿੰਘ ਸਾਡੇ ਜਿਹਦੇ ਚੇਅਰਮੈਨ ਹੈਗੇ, ਇਹ ਵੀ ਇੰਪੋਰਟੈਂਟ ਹੈਗਾ ਕਿ 15th ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਕੌਣ ਨੇ ਰਾਜੇ? NK ਸਿੰਘ,